ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜ੍ਹਿਆ ਰਾਮ। ਗੁਰਬਾਣੀ ਲਾਗੇ ਤਿਨ ਹੱਥ ਚੜ੍ਹਿਆ ਨਿਰਮੋਲਕ ਰਤਨ ਅਪਾਰਾ। ਹਰ ਹਰ ਨਾਮ ਅਤੁਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਭਾਈ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ੍ਹ ਜਾਇ। ਅੰਧ ਲਖੈ ਬਦਰੁ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾਕੈ। ਕੰਚਨ ਮਾਟੀ ਮਾਨੈ ਜੋ ਨਰ
ਦੁਖ ਮੈਂ ਦੁਖ ਨਹੀਂ ਮਾਨੈ। ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ। ਹਰਖ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਕਾਮ ਕ੍ਰੋਧ ਜਿਹ ਪਰਸੈ ਨਾਹਨ, ਤਿਹ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਸੋਰਠ ਮਹੱਲਾ ਨਾਵਾ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ, ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਸਤਿਗੁਰਾਂ ਦੀ ਮਹਾਨ ਕਿਰਪਾ ਦੁਆਰਾ ਅੰਮ੍ਰਿਤ ਵੇਲੇ ਗ੍ਰੰਥੀ ਸਿੰਘ ਸਾਹਿਬਾਨ ਜੀ ਵੱਲੋਂ ਸਤਿਗੁਰਾਂ ਦੇ ਪ੍ਰਕਾਸ਼ ਦੀ ਸੇਵਾ ਹੋਈ ਹੈ। ਉਸ ਤੋਂ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ, ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਉਸ ਦੇ ਵਿੱਚੋਂ ਆਪਾਂ ਸ਼ਬਦ ਨੂੰ ਸਰਵਣ ਕੀਤਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸੋਰਠ ਰਾਗ ਦੇ ਅੰਦਰ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਦੇ ਰਾਹੀਂ ਵੈਰਾਗਮਈ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਸਾਡੇ ਸੁੱਤੇ ਹੋਏ ਮਨ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਸਾਡਾ ਮਨ ਜਿਹੜਾ ਇਹ ਸੁੱਤਾ ਹੋਇਆ ਹੈ ਅਤੇ ਸੁੱਤਾ ਹੈ ਮਾਇਆ ਦੇ ਨਸ਼ੇ ਦੇ ਵਿੱਚ, ਮਾਇਕੀ ਪਦਾਰਥਾਂ ਦੇ ਸਵਾਦਾਂ ਦੇ ਵਿੱਚ ਮਨ ਜਿਹੜਾ ਉਹ ਸੌਂ ਰਿਹਾ। ਉਸ ਨੂੰ ਜਗਾਉਣ ਵਾਸਤੇ ਵੈਰਾਗਮਈ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਕਿਉਂਕਿ ਮਨ ਨੂੰ
ਵਿਕਾਰਾਂ ਵੱਲੋਂ ਮੋੜਨ ਵਾਸਤੇ, ਔਗਣਾਂ ਵੱਲੋਂ ਮੋੜਨ ਵਾਸਤੇ ਵੈਰਾਗ ਜਿਹੜਾ ਹੈ ਇਹ ਬੜੀ ਉੱਤਮ ਚੀਜ਼ ਹੈ, ਬੜਾ ਜ਼ਰੂਰੀ ਹੈ। ਜਿੰਨਾ ਚਿਰ ਸਾਡੇ ਮਨ ਦੇ ਅੰਦਰ ਵੈਰਾਗ ਨਹੀਂ ਪੈਦਾ ਹੁੰਦਾ, ਉਨਾ ਚਿਰ ਇਹਨਾਂ ਪਦਾਰਥਾਂ ਦੇ ਵਿੱਚੋਂ, ਇਹਨਾਂ ਵਿਸ਼ਿਆਂ ਦੇ ਰਸਾਂ ਦੇ ਵਿੱਚੋਂ ਸਾਡਾ ਮਨ ਜਿਹੜਾ ਉਹ ਨਿਕਲਦਾ ਨਹੀਂ। ਮਨ ਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ, ਸਵਾਦਲੀਆਂ ਲੱਗਦੀਆਂ, ਰਸ ਵਾਲੀਆਂ ਲੱਗਦੀਆਂ ਹਨ। ਜਿਵੇਂ ਭਗਤ ਫਰੀਦ ਸਾਹਿਬ ਜੀ ਨੇ ਵੀ ਬਚਨ ਉਚਾਰਨ ਕੀਤੇ ਹਨ ਕਿ ਮਨਾ, ਜਿਹੜੀਆਂ ਚੀਜ਼ਾਂ ਨੂੰ ਤੂੰ ਬੜੀਆਂ ਸਵਾਦ ਵਾਲੀਆਂ ਸਮਝਦਾ ਹੈ, ਬੜੀਆਂ ਰਸਾਂ ਵਾਲੀਆਂ ਸਮਝਦਾ ਹੈ, ਇਹ ਤੇਰਾ ਭੁਲੇਖਾ ਹੈ। ਭਗਤ ਫਰੀਦ ਸਾਹਿਬ ਜੀ ਬਚਨ ਕਰਦੇ ਹਨ, ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਭਗਤ ਫਰੀਦ ਸਾਹਿਬ ਜੀ ਬਚਨ ਕਰਦੇ ਹਨ ਕਿ ਜਿਵੇਂ ਕੋਈ ਵਿਉਹ ਦੀਆਂ ਗੰਦਲਾਂ ਹੋਣ, ਜ਼ਹਿਰ ਦੀਆਂ ਗੰਦਲਾਂ ਹੋਣ, ਉਹਨਾਂ ਦੇ ਉੱਤੇ ਖੰਡ ਲਾ ਕੇ, ਖੰਡ ਦੀ ਕੋਟਿੰਗ ਕਰਕੇ ਰੱਖ ਦੇਵੇ, ਕੋਈ ਪਰਤ ਚੜ੍ਹਾ ਦੇਵੇ ਖੰਡ ਦੀ, ਅਤੇ ਜਦੋਂ ਖਾਂਦਾ ਮਨੁੱਖ ਬੜੀਆਂ ਸਵਾਦਲੀਆਂ, ਮਿੱਠਾ ਲੱਗਦਾ, ਪਰ ਜੇ ਉਹ ਅੰਦਰ ਜਾਂਦੀਆਂ ਫਿਰ ਉਹ ਜ਼ਹਿਰ ਦੇ ਨਾਲ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ। ਇਸੇ ਪ੍ਰਕਾਰ ਹੀ ਭਗਤ ਜੀ ਕਹਿੰਦੇ ਕਿ ਮਨਾ, ਜਿਹੜੇ ਵਿਸ਼ੇ ਵਿਕਾਰਾਂ ਦੇ ਤੂੰ ਕਹਿੰਦਾ ਵੀ ਆਨੰਦ ਬੜਾ, ਸੁੱਖ ਬੜਾ, ਇਹ ਜਿਹੜਾ ਰਸ ਹੈ, ਇਹ ਜਿਹੜਾ ਸੁੱਖ ਹੈ, ਇਹ ਖੰਡ ਦੀ ਨਿਆਈ ਲੱਗਿਆ ਹੋਇਆ। ਅਤੇ ਜਿਵੇਂ ਜਿਵੇਂ ਤੂੰ ਇਸ ਨੂੰ ਭੋਗਦਾ ਜਾਂਦਾ ਹੈ, ਉਵੇਂ ਉਵੇਂ ਜਿਹੜਾ ਤਨ ਹੈ, ਮਨ ਹੈ, ਉਹ ਰੋਗੀ ਹੁੰਦਾ ਜਾਂਦਾ। ਸੰਸਾਰੀ ਤਲ 'ਤੇ ਮਨੁੱਖ ਕਈ ਵਾਰ ਕਿਸੇ ਵਧੀਆ ਪਕਵਾਨ ਨੂੰ, ਜਿਹਦੇ ਵਿੱਚ ਬਾਹਲਾ ਉਸ ਨੂੰ ਰਸ ਆਉਂਦਾ, ਉਹ ਖਾਂਦਾ। ਜੇ ਜ਼ਿਆਦਾ ਖਾਣ ਲੱਗ ਜਾਏ ਫਿਰ ਬਿਮਾਰੀ ਬਣ ਜਾਂਦੀ ਹੈ, ਫਿਰ ਸਰੀਰ ਨੂੰ ਵੀ ਕਸ਼ਟ ਆਉਂਦਾ। ਸੋ ਇਸ ਕਰਕੇ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਦੇ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੈ, ਇਸ ਮਨ ਨੂੰ ਪਰਮੇਸ਼ਰ ਦੇ ਵੱਲ ਲਾਉਣ ਵਾਸਤੇ, ਨਾਮ ਸਿਮਰਨ ਬੰਦਗੀ ਵਾਲੇ ਪਾਸੇ ਲਾਉਣ ਵਾਸਤੇ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਰੀ ਬਾਣੀ ਹੀ ਵੈਰਾਗਮਈ, ਤਿਆਗਮਈ ਹੈ, ਜਿਸ ਦੇ ਅੰਦਰ ਸਤਿਗੁਰਾਂ ਨੇ ਸਾਨੂੰ ਸੁੰਦਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਸੋ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰੂ ਜੀ ਜਿਹੜੇ ਇਸ ਮੋਹ ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਚੁੱਕੇ ਹੈ, ਜਿਨ੍ਹਾਂ ਦੇ ਜੀਵਨ ਜਿਵੇਂ ਕਮਲ ਦਾ ਫੁੱਲ ਹੁੰਦਾ, ਉਹ ਪਾਣੀ ਦੇ ਵਿੱਚ ਰਹਿੰਦਾ ਹੋਇਆ ਪਾਣੀ ਨਹੀਂ ਲੱਗਣ ਦਿੰਦਾ, ਜਿਵੇਂ ਉਹ ਨਿਰਲੇਪ ਹੋ ਜਾਂਦਾ ਹੈ, ਇਸੇ ਪ੍ਰਕਾਰ ਹੀ ਜਿਹੜੇ ਇਹ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ, ਵਿਚਰਦਿਆਂ ਹੋਇਆਂ ਇਸ ਮਾਇਕੀ ਦੁਨੀਆ ਨੂੰ ਵਿੱਚ ਰਹਿ ਕੇ ਛੱਡ ਜਾਂਦੇ ਹੈ, ਉਹਨਾਂ ਦੀ ਅਵਸਥਾ, ਉਹਨਾਂ ਦੇ ਲੱਛਣ, ਉਹਨਾਂ ਦੇ ਚਿੰਨ੍ਹ ਸਤਿਗੁਰੂ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ। ਸੋ ਸਾਰੀਆਂ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰਨ ਦੇ ਯਤਨ ਕਰੀਏ। ਇੱਕ ਵਾਰੀ ਪ੍ਰੇਮ ਦੇ ਨਾਲ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ। ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਰਦੇ ਹਨ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੁਆਰਾ, ਬੰਦਗੀ ਦੁਆਰਾ, ਅਭਿਆਸ ਦੁਆਰਾ ਮਨ ਦੀ ਐਸੀ ਅਵਸਥਾ ਬਣਾ ਲਈ ਹੈ ਕਿ ਜਿੱਥੇ ਜਾ ਕੇ ਕੋਈ ਦੁੱਖ, ਕੋਈ ਸੁੱਖ, ਇਸ ਚੀਜ਼ਾਂ ਦਾ ਪ੍ਰਭਾਵ ਮਨ ਦੇ ਉੱਤੇ ਨਹੀਂ ਪੈਂਦਾ। ਸਤਿਗੁਰੂ ਜੀ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਜਿਹੜਾ ਜੀਵ, ਜਿਹੜਾ ਮਨੁੱਖ
ਦੁੱਖ ਦੇ ਵਿੱਚ ਵੀ ਆਪਣੇ ਆਪ ਨੂੰ ਦੁਖੀ ਨਹੀਂ ਮੰਨਦਾ। ਸਤਿਗੁਰੂ ਜੀ ਕਹਿੰਦੇ ਇਹ ਪਹਿਲਾ ਲੱਛਣ ਹੈ ਉਸ ਦਾ ਕਿ ਜਿਹਨੇ ਨਾਮ ਤੇ ਸਿਮਰਨ ਦੀ ਕਮਾਈ ਕੀਤੀ ਹੈ। ਉਹ ਦੁੱਖ ਨੂੰ ਦੁੱਖ ਕਰਕੇ ਨਹੀਂ ਸਮਝਦਾ, ਕਿਉਂਕਿ ਦੁੱਖ ਜਿਹੜਾ ਉਹ ਸਾਡੇ ਸਰੀਰ 'ਤੇ ਪ੍ਰਭਾਵ ਪਾਉਂਦਾ, ਅਤੇ ਜਿੰਨਾ ਚਿਰ ਸਾਡਾ ਮਨ ਇਹ ਸਰੀਰ ਦੇ ਨਾਲ ਜੁੜਿਆ ਹੋਇਆ ਉਨਾ ਚਿਰ ਪ੍ਰਭਾਵ ਦੁੱਖ ਦਾ ਮਨ 'ਤੇ ਵੀ ਪੈਂਦਾ। ਪਰ ਜਦੋਂ ਮਨ ਜਿਹੜਾ ਉਹ ਸਰੀਰ ਤੋਂ ਉਪਰਾਮ ਹੋ ਜਾਂਦਾ, ਫਿਰ ਸਤਿਗੁਰੂ ਜੀ ਕਹਿੰਦੇ ਉਹਨੂੰ ਕਿਸੇ ਪ੍ਰਕਾਰ ਦਾ ਵੀ ਦੁੱਖ ਜਿਹੜਾ ਉਹ ਦੁੱਖ ਹੋ ਕੇ ਲੱਗਦਾ ਨਹੀਂ, ਕਿਉਂਕਿ ਉਹ ਨਾਮ ਤੇ ਸਿਮਰਨ ਤੇ ਬੰਦਗੀ ਦੁਆਰਾ ਅਵਸਥਾ ਉਹਦੀ ਐਸੀ ਬਣ ਗਈ ਹੈ। ਜਿਵੇਂ ਇਤਿਹਾਸ ਦੇ ਅੰਦਰ ਆਪਾਂ ਬੇਅੰਤ ਮਿਸਾਲਾਂ ਗੁਰੂ ਕੀਆਂ ਦੇਖਦੇ ਹਾਂ, ਜਿਵੇਂ ਸ਼ਹੀਦਾਂ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਐਸੀ ਵਿਲੱਖਣ ਸ਼ਹਾਦਤ ਹੈ ਕਿ ਸਤਿਗੁਰਾਂ ਨੂੰ ਜਦੋਂ ਸਮੇਂ ਦੀ ਹਕੂਮਤ ਨੇ, ਜਹਾਂਗੀਰ ਨੇ ਫਤਵਾ ਜਾਰੀ ਕੀਤਾ ਕਿ ਕਿਸ ਦੁਆਰਾ ਸ਼ਹੀਦੀ ਇਹਨਾਂ ਦੀ ਕਰਨੀ ਹੈ, ਤਾਂ ਉਸ ਸਮੇਂ ਸਜਾਏ ਯਾਸਾ, ਜਿਵੇਂ ਕਾਨੂੰਨ ਦੇ ਹਿਸਾਬ ਦੇ ਨਾਲ ਹੁਣ ਦੇ ਸਮੇਂ 'ਚ ਧਾਰਾਵਾਂ ਲੱਗਦੀਆਂ ਕਿ ਧਾਰਾ ਲੱਗ ਗਈ ਹੈ ਉਹਦੀ ਆਹ ਸਜ਼ਾ ਹੈ, ਉਸ ਸਮੇਂ ਸਜਾਏ ਯਾਸਾ ਜਿਸ ਦੇ ਅੰਦਰ ਇਹ ਨਿਯਮ ਹੁੰਦਾ ਕਿ ਇੱਕ ਵੀ ਬੂੰਦ ਜਿਹੜੀ ਹੈ ਖੂਨ ਦੀ ਉਹ ਧਰਤੀ 'ਤੇ ਨਹੀਂ ਡਿੱਗਣ ਦੇਣੀ ਅਤੇ ਆਦਮੀ ਨੂੰ ਸ਼ਹੀਦ ਕਰ ਦੇਣਾ। ਤਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਿਰ ਤੱਤੀ ਤਵੀ 'ਤੇ ਸਮੇਂ ਦੀਆਂ ਹਕੂਮਤਾਂ ਨੇ ਬਿਠਾਇਆ, ਅਤੇ ਸਿਰ ਦੇ ਵਿੱਚ ਵੀ ਤੱਤਾ ਰੇਤਾ, ਤਵੀ ਵੀ ਤੱਤੀ, ਸਾਰੇ ਪਾਸੇ ਮਹੀਨਾ ਵੀ ਜੇਠ ਦਾ, ਕਿੰਨੀ ਤਪਸ਼ ਹੁੰਦੀ ਹੈ। ਪਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਤੇਰਾ ਕੀਆ ਮਿੱਠਾ ਲਾਗੈ ਹਰਿ ਨਾਮ ਪਦਾਰਥ ਨਾਨਕ ਮੰਗੈ, ਇਹ ਸਤਿਗੁਰਾਂ ਨੇ ਬਚਨ ਪੜ੍ਹੇ, ਕਿਉਂਕਿ ਉੱਥੇ ਦੁੱਖ ਜਿਹੜਾ ਇਹਦਾ ਪ੍ਰਭਾਵ ਨਹੀਂ। ਦੁੱਖ ਸਰੀਰ ਨੂੰ ਦਿੱਤਾ ਜਾ ਸਕਦਾ, ਸਰੀਰ ਨੂੰ ਕਸ਼ਟ ਦਿੱਤਾ ਜਾ ਸਕਦਾ, ਸਰੀਰ ਦੇ ਉੱਤੇ ਕੋਈ ਵਾਰ ਕੀਤਾ ਜਾ ਸਕਦਾ, ਪਰ ਜਿਹੜੀ ਚੀਜ਼ ਨੇ ਸਰੀਰ ਦੇ ਦੁੱਖ ਨੂੰ ਮਹਿਸੂਸ ਕਰਨਾ ਉਹ ਨਾਮ ਦੇ ਵਿੱਚ ਲੱਗ ਗਈ। ਉਹ ਸੁਰਤ ਜਿਹੜੀ ਆ ਉਹ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲੀਨ ਹੋ ਗਈ, ਅਤੇ ਫਿਰ ਸਰੀਰ 'ਤੇ ਇੱਕ ਮਿੱਟੀ ਹੈ। ਜਿਵੇਂ ਕੋਈ ਮੰਨ ਲਓ ਬੰਦਾ ਕਮਰੇ ਦੇ ਵਿੱਚ ਬੈਠਾ ਹੈ, ਕੋਈ ਮਨੁੱਖ ਆਪਣੇ ਘਰ ਦੇ ਵਿੱਚ ਜਾਂ ਕਮਰੇ ਦੇ ਵਿੱਚ ਬੈਠਾ ਹੈ, ਅਤੇ ਉਸ ਕਮਰੇ ਦੀਆਂ ਕੰਧਾਂ ਨੂੰ ਬਾਹਰੋਂ ਕੋਈ ਸੋਟੀਆਂ ਦੇ ਨਾਲ, ਡਾਂਗਾਂ ਦੇ ਨਾਲ ਕੁੱਟੀ ਜਾਏ, ਮਾਰੀ ਜਾਏ, ਅਤੇ ਵਿੱਚ ਬੈਠੇ ਬੰਦੇ ਨੂੰ ਤਾਂ ਕੋਈ ਮਹਿਸੂਸ ਨਹੀਂ ਦੁੱਖ ਹੁੰਦਾ, ਉਹਨੂੰ ਤਾਂ ਕੋਈ ਉਹਦਾ ਪ੍ਰਭਾਵ ਨਹੀਂ, ਕੰਧਾਂ ਦੇ ਕੋਈ ਮਾਰੀ ਜਾਏ। ਇਸੇ ਪ੍ਰਕਾਰ ਹੀ ਇਹ ਸਰੀਰ ਜਿਹੜਾ ਇਹ ਇੱਕ ਮਕਾਨ ਹੈ, ਪਰ ਇਹਦੇ ਵਿੱਚ ਬੈਠਾ ਹੋਇਆ ਜਿਹੜਾ ਉਹ ਆਤਮਾ ਹੈ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਗਿਆ, ਅਤੇ ਸਰੀਰ ਨੂੰ ਚਾਹੇ ਕੋਈ ਕੁਝ ਮਰਜ਼ੀ ਕਰੀ ਜਾਏ। ਜਿਵੇਂ ਸਿੱਖਾਂ ਦਾ ਇਤਿਹਾਸ ਆਉਂਦਾ, ਭਾਈ ਮਣੀ ਸਿੰਘ ਜੀ ਵਰਗੇ ਬੰਦ ਕੱਟ ਦਿੱਤੇ, ਇਸੇ ਪ੍ਰਕਾਰ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਜੋ ਦਿੱਲੀ ਗਏ, ਫਿਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ, ਸਾਰਾ ਇਤਿਹਾਸ ਜਿਹੜਾ ਸਾਡਾ ਸਿੱਖ ਕੌਮ ਦਾ, ਖਾਲਸੇ ਪੰਥ ਦਾ ਸ਼ਹੀਦੀਆਂ ਦੇ ਨਾਲ ਭਰਿਆ ਹੋਇਆ। ਪਰ ਵੱਡੇ ਤੋਂ ਵੱਡੇ ਦੁੱਖ ਵੀ ਉਹਨਾਂ ਨੇ ਦੁੱਖ ਕਰਕੇ ਨਹੀਂ ਮੰਨੇ। ਜੇ ਇਸੇ ਪ੍ਰਕਾਰ ਮਾਤਾਵਾਂ ਦਾ ਜੀਵਨ ਆਪਾਂ ਵੇਖਦੇ ਹਾਂ, ਅਤੇ ਮੀਰ ਮੰਨੂ ਦੀ ਜੇਲ੍ਹ ਦੇ ਅੰਦਰ ਸਿੱਖ ਪੰਥ ਦੀਆਂ ਮਾਤਾਵਾਂ ਨੇ ਉਹ ਕੁਰਬਾਨੀ ਕੀਤੀ ਕਿ ਸਵਾ ਮਣ ਦਾ ਪੀਸਣਾ ਪੀਸਿਆ, ਖੰਨੀ ਰੋਟੀ 'ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾਉਣੇ। ਇਹ ਸਾਡਾ ਵਿਰਸਾ ਹੈ, ਅਤੇ ਕਿਸੇ ਦੇ ਰਸਨਾ 'ਤੇ ਇਹ ਨਹੀਂ ਆਇਆ ਕਿ ਸਾਨੂੰ ਦੁੱਖ ਲੱਗ ਰਿਹਾ, ਸਾਨੂੰ ਤਕਲੀਫ ਹੋ ਰਹੀ ਹੈ, ਸਾਨੂੰ ਦਰਦ ਹੋ ਰਿਹਾ। ਕਿਸੇ ਇੱਕ ਵੀ ਐਸੇ ਸ਼ਖਸ ਦਾ ਜ਼ਿਕਰ ਨਹੀਂ ਆਉਂਦਾ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਨਾਮ ਤੇ ਸਿਮਰਨ ਤੇ ਬੰਦਗੀ ਦੁਆਰਾ ਐਸੀਆਂ ਅਵਸਥਾਵਾਂ ਹਨ ਜਿੱਥੇ ਇਹ ਸਥੂਲ ਰੂਪ ਦੇ ਅੰਦਰ ਦਿਸ ਰਹੀਆਂ ਕਿ ਦੁੱਖ ਨੂੰ ਦੁੱਖ ਕਰਕੇ ਨਹੀਂ ਸਮਝਦੇ। ਇਸੇ ਪ੍ਰਕਾਰ ਹੀ ਮਨ ਨੂੰ ਜਿਹੜਾ ਕੋਈ ਦੁੱਖ ਲੱਗਣਾ ਉਹ ਵੀ ਉਹਦੇ ਤੋਂ ਵੀ ਉਹ ਨਿਰਲੇਪ ਹੋ ਜਾਂਦੇ ਆ। ਮਨ ਕਰਕੇ ਵੀ ਆਪਣੇ ਆਪ ਨੂੰ ਦੁਖੀ ਮਹਿਸੂਸ ਨਹੀਂ ਕਰਦੇ। ਤਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਰਦੇ ਹਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਜਿਹੜਾ ਮਨੁੱਖ, ਜਿਹੜਾ ਜੀਵ ਦੁੱਖ ਨੂੰ ਦੁੱਖ ਰੂਪ ਕਰਕੇ ਨਹੀਂ ਮੰਨਦਾ ਹੈ, ਉਹਦੇ ਵਿੱਚ ਉਹਦੇ ਦੁੱਖ ਦੇ ਪ੍ਰਭਾਵ ਦੇ ਹੇਠ ਆ ਕੇ ਰੱਬ ਨੂੰ ਤਾਨੇ ਮਿਹਣੇ ਨਹੀਂ ਦਿੰਦਾ। ਜਿਵੇਂ ਕਿ ਆਪਾਂ ਵੇਖਦੇ ਹਾਂ, ਮਨੁੱਖ ਕਿਸੇ ਨੂੰ ਦੁੱਖ ਆ ਗਿਆ ਫਿਰ ਉਹ ਰੱਬ ਨੂੰ ਮਿਹਣੇ ਦੇਣ ਲੱਗ ਜਾਂਦੇ ਆ ਕਿ ਰੱਬ ਨੇ ਮਾੜਾ ਕਰ ਦਿੱਤਾ, ਐਂ ਕਰ ਦਿੱਤਾ। ਉਹ ਸਤਿਗੁਰੂ ਜੀ ਕਹਿੰਦੇ ਇਹ ਕੁਝ ਨਹੀਂ ਕਰਦੇ, ਉਹ ਭਾਣੇ ਨੂੰ ਮਿੱਠਾ ਕਰਕੇ ਮੰਨ ਲੈਂਦੇ ਹਨ। ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਸਤਿਗੁਰੂ ਜੀ ਕਹਿੰਦੇ ਫਿਰ ਜਿੱਥੇ ਦੁੱਖ ਦੇ ਵਿੱਚ ਆ ਕੇ ਬੰਦਾ ਰੱਬ ਨੂੰ ਭੁਲਾ ਜਾਂਦਾ, ਉੱਥੇ ਸੁੱਖ ਦੇ ਵਿੱਚ ਆ ਕੇ ਤੇ ਮਨੁੱਖ ਬੜੀ ਛੇਤੀ ਰੱਬ ਨੂੰ ਭੁੱਲਦਾ। ਪਰ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੀ ਐਸੀ ਅਵਸਥਾ ਹੈ, ਸੁਖ ਸਨੇਹ ਅਰ ਭੈ ਨਹੀਂ ਜਾਕੈ। ਸੁੱਖ ਦੇ ਵਿੱਚ ਵੀ ਆ ਜਾਏ, ਜੇ ਸੁੱਖ ਬਹੁਤਾ ਆ ਜਾਏ ਤੇ ਫਿਰ ਵੀ ਰੱਬ ਦਾ ਸ਼ੁਕਰਾਨਾ ਕਰਦੇ, ਫਿਰ ਵੀ ਰੱਬ ਨੂੰ ਨਹੀਂ ਭੁਲਾਉਂਦੇ। ਸਨੇਹ ਇਸੇ ਪ੍ਰਕਾਰ ਸੁੱਖ ਦੇ ਨਾਲ ਸਨੇਹ ਹਰ ਇੱਕ ਮਨੁੱਖ ਦਾ ਹੁੰਦਾ। ਸੁੱਖ ਦੇ ਨਾਲ ਜੀਵ ਪ੍ਰੇਮ ਕਰਦਾ ਕਿ ਮੈਨੂੰ ਸੁੱਖ ਹੀ ਮਿਲੇ, ਦੁੱਖ ਦੀ ਪ੍ਰਾਪਤੀ ਨਾ ਹੋਵੇ। ਪਰ ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਸੁੱਖਾਂ ਦੇ ਨਾਲ ਵੀ ਕੋਈ ਸਨੇਹ ਪ੍ਰੇਮ ਨਹੀਂ ਹੁੰਦਾ। ਭੈ ਨਹੀਂ ਜਾਕੈ, ਫਿਰ ਮਨੁੱਖ ਨੂੰ ਡਰ ਵੀ ਹੁੰਦਾ ਕਿ ਸੁੱਖ ਨਾ ਚਲਿਆ ਜਾਏ, ਤਾਂ ਪ੍ਰੇਮ ਕਰਦਾ ਸੁੱਖ ਦੇ ਨਾਲ ਕਿ ਘਰ ਦੇ ਵਿੱਚੋਂ ਮਾਇਆ ਨਾ ਚਲੀ ਜਾਏ, ਮੇਰੀ ਵਡਿਆਈ ਨਾ ਚਲੀ ਜਾਏ। ਇਸੇ ਪ੍ਰਕਾਰ ਕੋਈ ਘਰ ਦੇ ਅੰਦਰ ਐਸੀ ਚੀਜ਼ ਜਿਹੜੀ ਉਹ ਨਾ ਚਲੀ ਜਾਏ, ਉਹਨਾਂ ਦਾ ਡਰ ਵੀ ਹੁੰਦਾ ਫਿਰ ਕਿ ਬਣੀਆਂ ਰਹਿਣ, ਖਤਮ ਨਾ ਹੋਣ। ਪਰ ਸਤਿਗੁਰੂ ਜੀ ਕਹਿੰਦੇ ਜਿੱਥੇ ਉਹਨਾਂ ਦਾ ਸੁੱਖਾਂ ਦੇ ਨਾਲ ਪ੍ਰੇਮ ਨਹੀਂ ਹੁੰਦਾ, ਉੱਥੇ ਡਰ ਵੀ ਕੋਈ ਨਹੀਂ ਹੁੰਦਾ ਕਿ ਕਰਮਾਂ ਅਨੁਸਾਰ ਇਹ ਮਿਲਦੀਆਂ ਚੀਜ਼ਾਂ, ਕਰਮਾਂ ਅਨੁਸਾਰ ਹੀ ਚਲੀਆਂ ਜਾਂਦੀਆਂ। ਅਤੇ ਕੰਚਨ ਮਾਟੀ ਮਨ ਹੈ, ਐਸੀ ਅਵਸਥਾ ਹੈ ਕਿ ਜਿਵੇਂ ਸੋਨਾ ਅਤੇ ਮਿੱਟੀ, ਉਹਨੂੰ ਇੱਕ ਕਰਕੇ ਜਾਣਨਾ। ਜੈਸੀ ਭਾਵਨਾ ਸੋਨੇ ਦੇ ਅੰਦਰ ਹੈ, ਵੈਸੀ ਭਾਵਨਾ ਹੀ ਮਿੱਟੀ ਦੇ ਅੰਦਰ। ਜਿਵੇਂ ਮਿੱਟੀ ਨੂੰ ਆਪਾਂ ਸਮਝਦੇ ਉਵੇਂ ਸੋਨਾ ਸਮਝਣਾ। ਜਿਵੇਂ ਇੱਕ ਮਹਾਤਮਾ ਦੀ ਸਾਖੀ ਆਉਂਦੀ ਹੈ ਕਿ ਕੋਈ ਮਹਾਤਮਾ ਅਤੇ ਉਹਦੇ ਘਰੋਂ ਉਸ ਦੀ ਘਰਵਾਲੀ ਦੋਵੇਂ ਭਜਨ ਬੰਦਗੀ ਕਰਦੇ ਆ ਪਰਮੇਸ਼ਰ ਦੀ, ਅਤੇ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਅਤੇ ਇਸ਼ਨਾਨ ਕਰਨ ਜਾਂਦੇ ਆ ਨਦੀ ਦੇ ਕਿਨਾਰੇ 'ਤੇ। ਇਸ਼ਨਾਨ ਕਰਕੇ ਫਿਰ ਰੱਬ ਦੇ ਭਜਨ 'ਚ ਜੁੜਦੇ ਹੈ। ਬੜੀ ਸੁੰਦਰ ਜ਼ਿੰਦਗੀ ਉਹਨਾਂ ਦੀ ਲੰਘ ਰਹੀ ਹੈ। ਇੱਕ ਦਿਨ ਕੀ ਹੋਇਆ ਕਿ ਜਿਹੜਾ ਮਹਾਤਮਾ ਸੀ ਉਹ ਇਸ਼ਨਾਨ ਕਰਕੇ ਜਦੋਂ ਵਾਪਸ ਮੁੜੇ ਅਤੇ ਉਹ ਅੱਗੇ ਤੁਰਿਆ ਜਾ ਰਿਹਾ ਸੀ ਅਤੇ ਉਹਦੀ ਘਰਵਾਲੀ ਪਿੱਛੇ ਸੀ। ਅਤੇ ਰਸਤੇ ਦੇ ਵਿੱਚ ਉਸਨੇ ਕੀ ਵੇਖਿਆ ਕਿ ਸੋਨਾ ਪਿਆ ਕਿਸੇ ਦਾ ਡਿੱਗਿਆ ਹੋਇਆ, ਗਹਿਣੇ ਪਏ ਹੈ। ਉਹਨੇ ਵੇਖਿਆ ਵੀ ਇਹ ਗਹਿਣੇ ਹਨ, ਅਤੇ ਗਹਿਣਿਆਂ ਨੂੰ ਵੇਖ ਕੇ ਕਈ ਵਾਰ ਔਰਤ ਜਿਹੜੀ ਹੈ ਉਹਦੀ ਭਾਵਨਾ ਹੋ ਜਾਂਦੀ ਹੈ ਵੀ ਇਹ, ਕਿਉਂਕਿ ਗਹਿਣਿਆਂ ਦੇ ਨਾਲ ਪ੍ਰੇਮ ਹੁੰਦਾ ਔਰਤ ਦਾ, ਉਹਦਾ ਸ਼ਿੰਗਾਰ ਹੁੰਦਾ, ਉਹ ਪਾਉਂਦੀ ਹੈ। ਅਤੇ ਉਹਨੇ ਸੋਚਿਆ ਵੀ ਕਿਤੇ ਮੇਰੀ ਘਰਵਾਲੀ ਜਿਹੜੀ ਮਗਰ ਆਉਂਦੀ ਹੈ ਉਹਦੀ ਮਨ ਦੇ ਅੰਦਰ ਐਸਾ ਫੁਰਨਾ ਨਾ ਬਣ ਜਾਏ ਕਿ ਕਿਤੇ ਉਹ ਇਸ ਨੂੰ ਚੱਕ ਨਾ ਲਵੇ, ਕਿਸੇ ਦੀ ਬੇਗਾਨੀ ਚੀਜ਼ ਪਈ ਹੈ। ਅਤੇ ਉਹਨੇ ਕੀ ਕੰਮ ਕੀਤਾ ਵੀ ਉਹਦੇ 'ਤੇ ਮਿੱਟੀ ਪਾਉਣ ਲੱਗ ਪਿਆ। ਗਹਿਣੇ ਪਏ ਸੀਗੇ, ਡਿੱਗੇ ਅਤੇ ਉਹਦੇ 'ਤੇ ਮਿੱਟੀ ਪਾਉਣ ਲੱਗ ਪਿਆ ਵੀ ਇਹਨੂੰ ਢੱਕ ਦਿੰਦੇ, ਉਹਨੂੰ ਪਤਾ ਨਾ ਲੱਗੂ। ਅਤੇ ਜਦੋਂ ਮਿੱਟੀ ਪਾਉਣ ਲੱਗ ਪਿਆ ਅਤੇ ਥੋੜ੍ਹੀ ਮਿੱਟੀ ਹਲੀ ਪਾਈ ਅਤੇ ਉਹਨੇ ਚਿਰ ਨੂੰ ਮਗਰੋਂ ਉਹਦੀ ਘਰਵਾਲੀ ਆ ਗਈ। ਉਸਨੇ ਵੇਖਿਆ ਅਤੇ ਉਹ ਵੇਖ ਕੇ ਕਹਿਣ ਲੱਗੀ ਕਿ ਸਵਾਮੀ ਜੀ ਇਹ ਕੀ ਕਰ ਰਹੇ ਹੋ? ਅਤੇ ਨਾਲ ਹੀ ਉਹਨੇ ਇਹ ਕਹਿ ਦਿੱਤਾ ਕਿ ਤੁਸੀਂ ਤਾਂ ਮਿੱਟੀ ਦੇ ਉੱਤੇ ਮਿੱਟੀ ਪਾਈ ਜਾਂਦੇ ਹੋ, ਇਹ ਕਿਹੜਾ ਕੰਮ ਕਰਨ ਲੱਗੇ ਹੋ? ਮਿੱਟੀ ਦੇ ਉੱਤੇ ਫਿਰ ਮਿੱਟੀ ਪਾਈ ਜਾਂਦੇ ਹੋ। ਜਦੋਂ ਇਹ ਬਚਨ ਉਸਨੇ ਸੁਣੇ ਅਤੇ ਉਹ ਇੱਕਦਮ ਹੈਰਾਨ ਹੋ ਗਿਆ
ਕਹਿਣ ਲੱਗਿਆ ਮੈਂ ਤਾਂ ਇਹ ਸੋਚਦਾ ਸੀ ਵੀ ਇਹਦੇ ਅੰਦਰ ਇਹਦੇ ਮਨ ਦੀ ਅਵਸਥਾ ਜਿਹੜੀ ਹੈ ਉਹ ਕਿਤੇ ਡਾਵਾਂਡੋਲ ਨਾ ਹੋ ਜਾਏ ਵੇਖ ਕੇ ਸੋਨੇ ਨੂੰ, ਪਰ ਇਹ ਤਾਂ ਸੋਨੇ ਨੂੰ ਵੀ ਮਿੱਟੀ ਕਹਿੰਦੀ ਹੈ ਅਤੇ ਮੈਨੂੰ ਕਹਿ ਰਹੀ ਤੂੰ ਤਾਂ ਮਿੱਟੀ ਪਾ ਰਿਹਾ। ਉਹਦੀ ਅਵਸਥਾ ਐਸੀ ਬਣੀ ਹੋਈ। ਉਸ ਸਮੇਂ ਉਹ ਮਹਾਤਮਾ ਬੜਾ ਹੈਰਾਨ ਹੋਇਆ ਕਿ ਕਹਿਣ ਲੱਗਿਆ ਕਿ ਇਹ ਤਾਂ ਮੇਰੇ ਤੋਂ ਵੀ ਅੱਗੇ ਅਵਸਥਾ ਹੈ ਇਸ ਦੀ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਜਿਹੜੇ ਨਾਮ ਅਤੇ ਸਿਮਰਨ ਦੀ ਕਮਾਈ ਕਰਦੇ ਹੈ, ਬੰਦਗੀ ਕਰਦੇ ਹੈ, ਉਹਨਾਂ ਦੇ ਮਨ ਦੀ ਐਸੀ ਅਵਸਥਾ ਬਣ ਜਾਂਦੀ ਹੈ ਕਿ ਉਹ ਕਿਸੇ ਵੀ ਪਰਾਈ ਚੀਜ਼ ਦੇ ਅੰਦਰ ਉਹਨਾਂ ਦਾ ਮਨ ਵੇਖ ਕੇ ਲੋਭੀ ਨਹੀਂ ਹੁੰਦਾ। ਨਹੀਂ ਤਾਂ ਆਮ ਸਾਡੇ ਮਨ ਦੀ ਐਸੀ ਬਿਰਤੀ ਹੈ ਵੀ ਇਹਨੂੰ ਬਗਾਨੀ ਚੀਜ਼ ਬਹੁਤੀ ਚੰਗੀ ਲੱਗਦੀ ਹੈ। ਆਪਣੀ ਅਕਲ, ਬਗਾਨੀ ਮਾਇਆ, ਇਹ ਦੋ ਚੀਜ਼ਾਂ ਕਹਿੰਦੇ ਮਨ ਨੂੰ ਬੜੀਆਂ ਚੰਗੀਆਂ ਲੱਗਦੀਆਂ। ਇੱਕ ਤਾਂ ਆਪਦੀ ਅਕਲ ਬੜੀ ਚੰਗੀ ਲੱਗਦੀ ਹੈ ਵੀ ਜਿਵੇਂ ਮੈਂ ਕਹਾਂ ਉਵੇਂ ਹੀ ਹੋਵੇ ਅਤੇ ਮਨ ਬੜਾ ਖੁਸ਼ ਹੁੰਦਾ। ਇੱਕ ਦੂਸਰੀ ਚੀਜ਼ ਵੇਖ ਕੇ ਉਹ ਮੇਰੀ ਹੋ ਜਾਏ ਫਿਰ ਵੀ ਮਨ ਬੜਾ ਖੁਸ਼ੀ ਹੁੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੀ ਇੱਥੋਂ ਅਵਸਥਾ ਉੱਪਰਦੀ ਹੈ ਮਨ ਦੇ ਵਿੱਚ, ਜਿਨ੍ਹਾਂ ਦੇ ਐਸਾ ਰੱਤੀ ਮਾਤਰ ਵੀ ਕੋਈ ਲੋਭ ਲਾਲਚ ਨਹੀਂ ਹੈ, ਉਹ ਸਤਿਗੁਰੂ ਜੀ ਕਹਿੰਦੇ ਕੰਚਨ ਮਾਟੀ ਮਨ ਹੈ। ਸੋਨਾ ਅਤੇ ਮਿੱਟੀ ਨੂੰ ਇੱਕ ਸਮਾਨ ਕਰਕੇ ਜਾਣਦੇ ਹਨ। ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾ ਕੈ ਲੋਭ ਮੋਹ ਅਭਿਮਾਨਾ। ਸਤਿਗੁਰੂ ਜੀ ਅੱਗੇ ਬਚਨ ਕਰਦੇ ਹਨ ਕਿ ਨਹਿ ਨਿੰਦਿਆ, ਜੇ ਕੋਈ ਉਹਨਾਂ ਮਹਾਤਮਾ ਦੀ, ਰੱਬ ਦੇ ਪਿਆਰੇ ਦੀ ਕੋਈ ਨਿੰਦਿਆ ਕਰੇ ਕਿ ਤੇ ਪਖੰਡੀ ਹੈ, ਦੰਭੀ ਹੈ, ਐਵੇਂ ਅੱਖਾਂ ਬੰਦ ਕਰਕੇ ਬੈਠਾ ਰਹਿੰਦਾ, ਲੋਕਾਂ ਨੂੰ ਲੁੱਟਦਾ, ਪਰ ਕਹਿੰਦੇ ਇਸ ਚੀਜ਼ ਦਾ ਵੀ ਉਹਦੇ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਅਤੇ ਨਹਿ ਉਸਤਤ ਜਾ ਕੇ, ਜੇ ਉਹਦੀ ਕੋਈ ਵਡਿਆਈ ਕਰੀ ਜਾਏ ਕਿ ਇਹ ਤਾਂ ਬੜੇ ਜੀ ਰੱਬ ਦੇ ਪਿਆਰੇ ਹਨ, ਰੱਬ ਦਾ ਰੂਪ ਹਨ, ਫਿਰ ਵੀ ਮਨ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਕਿਉਂਕਿ ਜਦੋਂ ਕੋਈ ਸਾਡੀ ਨਿੰਦਿਆ ਕਰੇ, ਬੁਰਾਈ ਕਰੇ, ਫਿਰ ਮਨ ਦੁਖੀ ਹੁੰਦਾ। ਜਦੋਂ ਕੋਈ ਸਾਡੀ ਵਡਿਆਈ ਕਰੇ ਫਿਰ ਮਨ ਜਿਹੜਾ ਸੁਖੀ ਹੁੰਦਾ। ਪਰ ਉਹਨਾਂ ਦੀ ਐਸੀ ਅਵਸਥਾ ਹੈ ਕਿ ਚਾਹੇ ਕੋਈ ਨਿੰਦਿਆ ਕਰੇ, ਚਾਹੇ ਕੋਈ ਉਸਤਤੀ ਕਰੇ, ਦੋਵਾਂ ਦੇ ਵਿੱਚ ਹੀ ਉਹਨਾਂ ਦੇ ਮਨ ਦੀ ਅਵਸਥਾ ਜਿਹੜੀ ਉਹ ਇੱਕ ਸਮਾਨ ਹੀ ਰਹਿੰਦੀ ਹੈ। ਨਿੰਦਿਆ ਕਰਨ ਵਾਲੇ ਨੂੰ ਕੋਈ ਸਰਾਪ ਨਹੀਂ ਦਿੰਦੇ, ਵਡਿਆਈ ਕਰਨ ਵਾਲੇ ਨੂੰ ਕੋਈ ਵਰ ਨਹੀਂ ਦਿੰਦੇ, ਪਰਮੇਸ਼ਰ ਦਾ ਭਾਣਾ ਸਮਝਦੇ ਹੈ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ, ਭਗਤ ਕਬੀਰ ਸਾਹਿਬ ਜੀ ਦੀ ਨਿੰਦਿਆ ਕੀਤੀ ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨਿੰਦਿਆ ਸਾਨੂੰ ਚੰਗੀ ਲੱਗਦੀ ਹੈ। ਰੱਬ ਦੇ ਪਿਆਰਿਆਂ ਦੀ ਜਦੋਂ ਕੋਈ ਨਿੰਦਿਆ ਕਰਦਾ ਤਾਂ ਉਹਨਾਂ ਨੂੰ ਚੰਗਾ ਲੱਗਦਾ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਿੰਦਕ ਹਮਰੇ ਕੱਪੜੇ ਧੋਏ, ਨਿੰਦਕ ਡੂਬਾ ਹਮ ਉਤਰੇ ਪਾਰ। ਜਿਵੇਂ ਕਿਸੇ ਦੇ ਕੱਪੜੇ ਮੈਲੇ ਹੋਣ ਅਤੇ ਉਹਨਾਂ ਨੂੰ ਕੋਈ ਦੂਸਰਾ ਬੰਦਾ ਧੋ ਦੇਵੇ, ਉਹਦੀ ਮੈਲ ਕੱਢ ਦੇਵੇ ਅਤੇ ਕੱਪੜੇ ਫਿਰ ਉਹਦੇ ਸਾਫ ਸੁਥਰੇ ਉਹਨੂੰ ਮਿਲ ਜਾਣ ਅਤੇ ਉਹਨੂੰ ਤਾਂ ਸੁਖੀ ਹੈ। ਇਸੇ ਪ੍ਰਕਾਰ ਹੀ ਭਗਤ ਜੀ ਕਹਿੰਦੇ ਕਿ ਜਿਹੜੇ ਕੋਈ ਸਾਡੇ ਕਰਮ ਕੀਤੇ ਹੁੰਦੇ ਹੈ ਪਿੱਛੇ ਜਨਮਾਂ ਦੇ ਅੰਦਰ, ਉਹ ਨਿੰਦਿਆ ਕਰਨ ਵਾਲੇ ਜਿਹੜੇ ਉਹ ਮੈਲ ਲਾ ਲੈਂਦੇ ਆ, ਕਰਮ ਸਾਡੇ ਉਜਲੇ ਹੋ ਜਾਂਦੇ ਹੈ। ਇਸੇ ਕਰਕੇ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਅਣਹੋਂਦਾ ਭਾਰ ਨਿੰਦਕ ਸਿਰ ਧਰੈ। ਜਿਹੜਾ ਅਣਹੋਇਆ ਭਾਰ ਹੈ ਨਾ, ਜਿਹੜਾ ਕਰਮ ਅਸੀਂ ਨਹੀਂ ਕੀਤਾ, ਉਹਦੀ ਵੀ ਸਜ਼ਾ ਨਿੰਦਿਆ ਕਰਨ ਵਾਲਾ ਬੰਦਾ ਆਪਣੇ ਸਿਰ ਲੈ ਲੈਂਦਾ। ਕਿਸੇ ਦੀ ਨਿੰਦਿਆ ਕਰਨੀ, ਬੁਰਾਈ ਕਰੀ ਜਾਣੀ, ਉਹ ਜਿੰਨੀ ਵੀ ਕੋਈ ਕਰਮ ਹੈ ਉਹ ਇਕੱਠਾ ਕਰੀ ਜਾਂਦਾ ਆਪ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਸਤਤ ਨਿੰਦਾ ਦਊ ਬਿਵਰਜਿਤ। ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਇਹ ਸਿੱਖ ਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ ਕਿ ਨਾ ਤਾਂ ਨਿੰਦਿਆ ਕਿਸੇ ਦੀ ਕਰਨੀ ਹੈ ਅਤੇ ਨਾ ਕਿਸੇ ਦੀ ਝੂਠੀ ਵਡਿਆਈ ਕਰਨੀ ਹੈ। ਇਸੇ ਪ੍ਰਕਾਰ ਹੀ ਨਾ ਹੀ ਨਿੰਦਿਆ ਸੁਣ ਕੇ ਦੁਖੀ ਹੋਣਾ ਆਪਣੀ, ਅਤੇ ਨਾ ਹੀ ਆਪਣੀ ਵਡਿਆਈ ਸੁਣ ਕੇ ਸੁਖੀ ਹੋਣਾ। ਇਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਨਹਿ ਨਿੰਦਿਆ ਨਹਿ ਉਸਤਤ ਜਾ ਕੈ ਲੋਭ ਮੋਹ ਅਭਿਮਾਨਾ। ਫਿਰ ਸਤਿਗੁਰੂ ਜੀ ਕਹਿੰਦੇ ਲੋਭ ਦੇ ਵਿੱਚ ਅਤੇ ਮੋਹ ਅਤੇ ਅਭਿਮਾਨ, ਹੰਕਾਰ, ਇਹ ਜਿਹੜੇ ਪ੍ਰਭਾਵ ਹਨ ਇਹਨਾਂ ਦੇ, ਇਹਨਾਂ ਤੋਂ ਵੀ ਉਹਨਾਂ ਦਾ ਮਨ ਜਿਹੜਾ ਉਪਰਾਮ ਹੁੰਦਾ। ਲੋਭ ਜਿਹੜਾ ਕਿਸੇ ਚੀਜ਼ਾਂ ਨੂੰ ਇਕੱਠੀਆਂ ਕਰਨ ਦਾ ਲਾਲਚ ਹੋਣਾ,
ਇਸੇ ਪ੍ਰਕਾਰ ਫਿਰ ਮੋਹ ਉਹਨਾਂ ਦੇ ਵਿੱਚ ਸਨੇਹ ਹੋ ਜਾਣਾ ਅਤੇ ਫਿਰ ਅਭਿਮਾਨ, ਫਿਰ ਉਹਨਾਂ ਚੀਜ਼ਾਂ ਦਾ ਹੰਕਾਰ ਕਰਨਾ। ਪਹਿਲਾਂ ਤਾਂ ਮਾਇਆ ਨੂੰ ਇਕੱਠੀ ਕਰਨ ਵਾਸਤੇ ਲੋਭ ਹੋਣਾ, ਲੋਭ ਦੁਆਰਾ ਇਕੱਠੀ ਹੋਣੀ ਹੈ। ਜਦੋਂ ਇਕੱਠੀ ਹੋ ਗਈ ਫਿਰ ਉਹਦੇ ਨਾਲ ਪ੍ਰੇਮ ਕਰਨ ਲੱਗ ਜਾਣਾ, ਮੋਹ ਬਣ ਗਿਆ। ਅਤੇ ਫਿਰ ਜਦੋਂ ਮਿਲ ਗਈ, ਸਭ ਕੁਝ ਹੋ ਗਿਆ, ਫਿਰ ਹੰਕਾਰ ਕਰਨਾ ਵੀ ਬੜੀ ਹੈ ਮੇਰੇ ਕੋਲ, ਫਿਰ ਉਹਦੀ ਹੰਗਤਾ ਜ਼ਾਹਰ ਕਰਨੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹਦੇ ਵਿੱਚੋਂ ਮਨ ਦੀ ਜਿਹੜੀ ਬਿਰਤੀ ਹੈ ਉਹ ਉਹਨਾਂ ਦੀ ਉੱਪਰ ਹੁੰਦੀ ਹੈ। ਹਰਖ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ। ਸਤਿਗੁਰੂ ਜੀ ਕਹਿੰਦੇ ਹਰਖ ਖੁਸ਼ੀ ਅਤੇ ਸੋਗ ਗਮੀ ਦੇ ਵਿੱਚ ਰਹਿ ਨਿਆਰੋ, ਉਹ ਨਿਆਰਾ ਹੋ ਕੇ ਰਹਿੰਦਾ। ਖੁਸ਼ੀ ਹੈ ਚਾਹੇ ਗਮੀ ਹੈ, ਮਨ ਦੀ ਬਿਰਤੀ ਜਿਹੜੀ ਆ ਉਹ ਨਿਰਾਲੀ ਰਹਿੰਦੀ ਹੈ। ਨਾਹਿ ਮਾਨ ਅਪਮਾਨਾ, ਫਿਰ ਉਹਨਾਂ ਦਾ ਕੋਈ ਮਾਣ ਸਤਿਕਾਰ ਕਰੀ ਜਾਂਦਾ, ਚਾਹੇ ਕੋਈ ਅਪਮਾਨ, ਉਹਨਾਂ ਦੀ ਬੇਇੱਜ਼ਤੀ ਕਰੀ ਜਾਂਦਾ। ਅਤੇ ਸਤਿਗੁਰੂ ਜੀ ਕਹਿੰਦੇ ਐਸੀ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ, ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਕਿ ਸੰਸਾਰ ਦੇ ਅੰਦਰ ਭਗਤ ਜਿਹੜੇ ਹੁੰਦੇ ਆ ਉਹਨਾਂ ਦੀ ਨਿਮਰਤਾ ਐਸੀ ਹੁੰਦੀ ਹੈ, ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਕਿ ਮਾਣ ਸਤਿਕਾਰ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਨਿਮਾਣੇ ਸਮਝਣਾ, ਸਭ ਕੁਝ ਭਜਨ ਬੰਦਗੀ ਪਾਠ ਪੂਜਾ ਜਪ ਤਪ ਕਰ ਕਰਾ ਕੇ ਫਿਰ ਵੀ ਇਹੀ ਸਮਝਣਾ ਕਿ ਕੁਝ ਨਹੀਂ ਕੀਤਾ ਅਸੀਂ, ਇਹ ਨਿਤਾਣੇ ਹੋਣਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਹਰਖ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ। ਖੁਸ਼ੀ ਗਮੀ ਦੇ ਵਿੱਚ ਉਹ ਇੱਕ ਸਮਾਨ ਬਿਰਤੀ ਰੱਖਦੇ ਹਨ, ਅਤੇ ਮਾਨ ਅਤੇ ਅਪਮਾਨ ਜਿਹੜਾ ਇਹਦੇ ਵਿੱਚੋਂ ਵੀ ਸੁੱਖ ਜਾਂ ਦੁੱਖ ਉਹ ਪ੍ਰਭਾਵ ਨਹੀਂ ਪਾਉਂਦਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਸਤਿਗੁਰੂ ਜੀ ਕਹਿੰਦੇ ਆਸਾਵਾਂ ਜਿੰਨੀਆਂ ਆਸ਼ਾਵਾਂ ਹਨ ਅੰਦਰ, ਅਤੇ ਮਨਸਾ ਜਿੰਨੀਆਂ ਮਨ ਦੀਆਂ ਮਨੋਰਥ ਹਨ ਜਿਤਨੇ ਵੀ, ਸਗਲ ਤਿਆਗੈ, ਉਹ ਸਭ ਦਾ ਹੀ ਤਿਆਗ ਕਰ ਦਿੰਦਾ। ਕਿ ਆਸਾ ਜਿਹੜੀਆਂ ਹਨ ਉਹ ਲੱਗੀਆਂ ਰਹਿੰਦੀਆਂ ਮਨੁੱਖ ਨੂੰ, ਜਬ ਤੱਕ ਸਵਾਸ ਤਬ ਤੱਕ ਆਸ, ਕੋਈ ਨਾ ਕੋਈ ਆਸ ਬਣੀ ਰਹਿੰਦੀ ਹੈ। ਪਰ ਉਹਦੇ ਅੰਦਰ ਆਸ ਹੁੰਦੀ ਹੈ, ਇੱਛਾ ਹੁੰਦੀ ਹੈ ਕਿ ਪਰਮੇਸ਼ਰ ਦੀ ਪ੍ਰਾਪਤੀ ਦੀ। ਇਸੇ ਪ੍ਰਕਾਰ ਮਨਸਾ, ਮਨ ਦੇ ਜਿਹੜੇ ਮਨੋਰਥ ਹਨ ਇਹ ਵੀ ਤਿਆਗ ਕੇ ਜਗ ਤੇ ਰਹਿ ਨਿਰਾਸਾ, ਇਹ ਜਗਤ ਵਾਲੇ ਪਾਸਿਓਂ ਨਿਰਾਸ਼ ਹੋ ਕੇ ਉਪਰਾਮ ਹੋ ਕੇ ਰਹਿੰਦਾ ਹੈ। ਕਾਮ ਕ੍ਰੋਧ ਜਿਹ ਪਰਸੈ ਨਾਹਨ, ਤਿਹ ਘਟ ਬ੍ਰਹਮ ਨਿਵਾਸਾ। ਸਤਿਗੁਰੂ ਜੀ ਕਹਿੰਦੇ ਰੱਬ ਕਿੱਥੇ ਰਹਿੰਦਾ ਹੈ, ਪਰਮੇਸ਼ਰ ਦਾ ਨਿਵਾਸ ਕਿੱਥੇ ਹੈ। ਵੈਸੇ ਤਾਂ ਉਹ ਪਰਮੇਸ਼ਰ ਕਣ ਕਣ ਦੇ ਅੰਦਰ ਹੈ, ਹਰ ਇੱਕ ਜਗ੍ਹਾ 'ਤੇ ਹੈ, ਸਭ ਦੇ ਅੰਦਰ ਵੀ ਉਹੀ ਹੈ, ਪਸ਼ੂ ਪਰਿੰਦਿਆਂ ਦੇ ਅੰਦਰ ਉਹ ਹੈ। ਪਰ ਸਤਿਗੁਰੂ ਜੀ ਕਹਿੰਦੇ ਵਿਸ਼ੇਸ਼ ਰੂਪ ਦੇ ਅੰਦਰ ਜੇ ਵੇਖਣਾ ਹੋਵੇ, ਕਾਮ ਕ੍ਰੋਧ ਜਿਹ ਪਰਸੈ ਨਾਹਨ, ਜਿਸ ਜੀਵ ਦੇ ਮਨ ਦੇ ਉੱਤੇ ਕਾਮ ਦਾ ਪ੍ਰਭਾਵ ਨਹੀਂ ਹੈ, ਕ੍ਰੋਧ ਦਾ ਨਹੀਂ ਹੈ, ਇਸੇ ਪ੍ਰਕਾਰ ਪਰਸੈ ਨਾਹਨ, ਇਹਨਾਂ ਦੇ ਅਧੀਨ ਜੀ ਦਾ ਮਨ ਨਹੀਂ ਹੈ, ਇੱਧਰੋਂ ਮਨ ਉਪਰਾਮ ਹੈ। ਤਿਹ ਘਟ, ਉਸ ਦੇ ਹਿਰਦੇ ਦੇ ਵਿੱਚ ਬ੍ਰਹਮ ਨਿਵਾਸ, ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਵਾਸਾ ਹੈ। ਜਿਹਦੇ ਅੰਦਰ ਇਹ ਗੁਣ ਹਨ ਜੋ ਸਤਿਗੁਰਾਂ ਨੇ ਪਿੱਛੇ ਦੱਸੇ ਹਨ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 19 ਨਿਸ਼ਾਨੀਆਂ ਦੱਸੀਆਂ ਹਨ ਕਿ ਜਿਹਦੇ ਅੰਦਰ ਇਹ ਚਿੰਨ੍ਹ ਵੇਖੇ ਜਾਂਦੇ ਹਨ, ਉਹਦੇ ਹਿਰਦੇ ਦੇ ਅੰਦਰ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਪ੍ਰਗਟ ਰੂਪ ਦੇ ਅੰਦਰ ਵਸਦਾ ਹੈ। ਵਸਦਾ ਉਹ ਸਭ ਦੇ ਅੰਦਰ ਹੀ ਹੈ, ਸਮਾਨ ਰੂਪ ਦੇ ਅੰਦਰ। ਪਰ ਜਿਨ੍ਹਾਂ ਨੇ ਇਹ ਕਰਮ ਕੀਤੇ ਹੈ, ਇਹ ਕਮਾਈ ਕੀਤੀ ਹੈ, ਉਹਨਾਂ ਦੇ ਅੰਦਰ ਵਿਸ਼ੇਸ਼ ਰੂਪ ਦੇ ਵਿੱਚ ਪ੍ਰਗਟ ਰੂਪ ਦੇ ਅੰਦਰ ਉਹ ਪਰਮਾਤਮਾ ਵਸਦਾ ਹੈ। ਕਿਉਂਕਿ ਪਰਮਾਤਮਾ ਦਾ ਜਦੋਂ ਸਰੂਪ ਆਪਾਂ ਵੇਖਦੇ ਹਾਂ, ਉਹਦੇ ਅੰਦਰ ਵੀ ਇਹ ਚੀਜ਼ਾਂ ਨਹੀਂ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਕੀਤੇ ਹਨ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਕਿ ਜਿਸ ਦੇ ਅੰਦਰ ਇਹ ਚੀਜ਼ਾਂ ਨਹੀਂ ਹਨ, ਕਾਮ ਨਹੀਂ ਹੈ, ਕ੍ਰੋਧ ਨਹੀਂ ਹੈ, ਲੋਭ ਨਹੀਂ ਹੈ, ਅਤੇ ਜਿਸ ਦੇ ਅੰਦਰ ਭੈ ਕੋਈ ਨਹੀਂ ਹੈ, ਉਹ ਪਰਮੇਸ਼ਰ ਦਾ ਸਰੂਪ ਹੈ।
ਤੇ ਜਿਸ ਮਨੁੱਖ ਦੇ ਜੀਵਨ ਦੇ ਅੰਦਰ ਇਹ ਚੀਜ਼ਾਂ ਨਹੀਂ ਹਨ, ਜਿਹਦੇ ਮਨ ਦੇ ਵਿੱਚ ਇਹ ਚੀਜ਼ਾਂ ਨਹੀਂ ਹਨ, ਤੇ ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਦਾ ਸਰੂਪ ਹੈ। ਤੇ ਇਹ ਘਟ ਬ੍ਰਹਮ ਨਿਵਾਸਾ, ਉਹਦੇ ਹਿਰਦੇ ਦੇ ਅੰਦਰ ਉਹ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਵਸਦਾ ਹੈ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ। ਸਤਿਗੁਰੂ ਜੀ ਕਹਿੰਦੇ ਇਹ ਪ੍ਰਾਪਤੀ ਕਿੱਥੋਂ ਹੁੰਦੀ ਹੈ, ਇਹ ਚੀਜ਼ਾਂ ਜਿੰਨੀਆਂ ਮਿਲਦੀਆਂ ਕਿੱਥੋਂ ਹਨ? ਗੁਰ ਕਿਰਪਾ ਜਿਹ ਨਰ ਕਉ ਕੀਨੀ, ਜਿਨ੍ਹਾਂ ਦੇ ਉੱਤੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ। ਤਿਹ ਇਹ ਜੁਗਤ ਪਛਾਨੀ, ਉਹਨਾਂ ਨੇ ਐਸੀ ਜੁਗਤੀ ਨੂੰ ਪਛਾਣ ਲਿਆ ਹੈ। ਉਹਨਾਂ ਨੇ ਇਸ ਜੁਗਤੀ ਦੇ ਨਾਲ ਗੁਰੂ ਦੀ ਉਪਦੇਸ਼ਾਂ ਨੂੰ ਕਮਾ ਕੇ, ਕਿਉਂਕਿ ਗੁਰੂ ਦੇ ਉਪਦੇਸ਼ ਜਿਹੜੇ ਹਨ ਉਹੀ ਜੁਗਤੀਆਂ ਹਨ। ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ, ਬਚਨ ਕਰਦੇ ਹਨ, ਸਿੱਖਿਆ ਬਖਸ਼ਿਸ਼ ਕਰਦੇ ਹਨ। ਉਹਨੂੰ ਕਮਾਉਣਾ, ਉਹਨੂੰ ਆਪਣੇ ਜੀਵਨ 'ਚ ਧਾਰਨ ਕਰਨਾ, ਉਹਦੇ 'ਤੇ ਚੱਲਣਾ, ਇਹ ਜੁਗਤੀਆਂ ਹਨ। ਅਤੇ ਜਦੋਂ ਆਪਾਂ ਚੱਲਦੇ ਹਾਂ ਫਿਰ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਜੁਗਤੀਆਂ ਨੂੰ ਜੀਵ ਸਮਝ ਜਾਂਦਾ ਹੈ। ਫਿਰ ਸਤਿਗੁਰੂ ਜੀ ਕਹਿੰਦੇ ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਨੀ ਸੰਗ ਪਾਨੀ। ਸਤਿਗੁਰੂ ਜੀ ਕਹਿੰਦੇ ਫਿਰ ਉਹ ਪਰਮੇਸ਼ਰ ਦੇ ਵਿੱਚ ਇਉਂ ਲੀਨ ਹੋ ਜਾਂਦਾ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲਦਾ ਹੈ। ਬੜੇ ਧਾਰਮਿਕ ਗ੍ਰੰਥ ਜਾਂ ਇਹ ਸੰਸਾਰ ਦੇ ਅੰਦਰ ਮਤ ਚੱਲਦੇ ਹਨ, ਜਿਨ੍ਹਾਂ ਨੇ ਆਤਮਾ ਅਤੇ ਪਰਮਾਤਮਾ ਦੀ ਲੀਨਤਾ ਨੂੰ ਸਹੀ ਮਾਇਨਿਆਂ ਦੇ ਵਿੱਚ ਪੂਰਾ ਨਹੀਂ ਮੰਨਿਆ। ਆਪੋ ਆਪਣੇ ਮਤ ਅਨੁਸਾਰ ਉਹਨਾਂ ਨੇ ਖਿਆਲ ਦਿੱਤੇ ਹੈ ਵੀ ਆਤਮਾ ਜਿਹੜਾ ਉਹ ਪਰਮਾਤਮਾ ਦੇ ਵਿੱਚ ਲੀਨ ਨਹੀਂ ਹੋ ਸਕਦਾ, ਉਹਨੂੰ ਮਹਿਸੂਸ ਕਰ ਸਕਦਾ, ਉਹਨੂੰ ਸਮਝ ਸਕਦਾ, ਪਰ ਉਹਦੇ ਵਿੱਚ ਰਲ ਨਹੀਂ ਸਕਦਾ, ਕਿਉਂਕਿ ਇੱਕ ਵਾਰੀ ਜੁਦਾ ਹੋ ਗਿਆ ਫਿਰ ਲੀਨ ਨਹੀਂ ਹੋ ਸਕਦਾ। ਪਰ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਇਹ ਉਪਦੇਸ਼ ਬਖਸ਼ਿਸ਼ ਕੀਤੇ ਹਨ ਕਿ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਸਤਿਗੁਰੂ ਜੀ ਕਹਿੰਦੇ ਜਿਵੇਂ ਸੂਰਜ ਅਤੇ ਉਹਦੀਆਂ ਕਿਰਨਾਂ ਹਨ। ਹੁਣ ਕਿਰਨ ਕਿੱਥੋਂ ਆਉਂਦੀ ਹੈ? ਸੂਰਜ ਤੋਂ ਆਉਂਦੀ। ਸੂਰਜ ਤੇ ਧਰਤੀ 'ਤੇ ਨਹੀਂ ਆਉਂਦਾ, ਸੂਰਜ ਦੀ ਕਿਰਨ ਆਉਂਦੀ ਹੈ। ਅਤੇ ਸੂਰਜ ਦੀ ਕਿਰਨ ਜਿਹੜੀ ਹੈ ਉਹ ਜਿਵੇਂ ਦਿਨ ਢਲਦਾ ਫਿਰ ਕਿਰਨ ਹੀ ਫਿਰ ਸੂਰਜ 'ਚ ਲੀਨ ਹੋ ਜਾਂਦੀ ਹੈ। ਇਸੇ ਪ੍ਰਕਾਰ ਹੀ ਜਲ ਕਾ ਜਲ ਹੂਆ ਰਾਮ। ਹੁਣ ਜਲ ਪਾਣੀ ਹੈ ਅਤੇ ਪਾਣੀ ਦੇ ਬੜੇ ਰੂਪ ਹਨ, ਪਾਣੀ ਦੇ ਨਾਮ ਵੱਖੋ ਵੱਖਰੇ ਹੈ। ਜੇ ਤਾਂ ਪਾਣੀ ਜੰਮ ਗਿਆ ਫਿਰ ਉਸ ਨੂੰ ਬਰਫ਼ ਕਹਿ ਦਿੱਤਾ। ਇਸੇ ਪ੍ਰਕਾਰ ਹੀ ਜਿਵੇਂ ਹੁਣ ਰਾਤ ਨੂੰ ਤਰੇਲ ਪੈਂਦੀ ਹੈ, ਉਹ ਵੀ ਪਾਣੀ, ਉਹਨੂੰ ਤਰੇਲ ਕਹਿ ਦਿੱਤਾ। ਇਸੇ ਪ੍ਰਕਾਰ ਜਦੋਂ ਸਮੁੰਦਰ ਦੇ ਵਿੱਚ ਪਾਣੀ ਤਾਂ ਉੱਠਿਆ ਉਹਨੂੰ ਲਹਿਰ ਕਹਿ ਦਿੱਤਾ। ਇਸੇ ਪ੍ਰਕਾਰ ਹੈ ਤੇ ਮੂਲ ਰੂਪ ਦੇ ਅੰਦਰ ਪਾਣੀ ਹੀ, ਪਰ ਉਹਦੇ ਨਾਮ ਪੈ ਜਾਂਦੇ ਆ। ਇਸੇ ਪ੍ਰਕਾਰ ਹੀ ਜਿਵੇਂ ਉਹ ਮੰਨ ਲਓ ਲਹਿਰ ਉੱਠਦੀ ਹੈ, ਉਹਨੂੰ ਲਹਿਰ ਕਹਿ ਦਿੱਤਾ, ਫਿਰ ਉਹ ਪਾਣੀ 'ਚ ਹੀ ਮਿਲ ਜਾਂਦੀ ਹੈ। ਇਸੇ ਪ੍ਰਕਾਰ ਹੀ ਕੋਈ ਪਾਣੀ ਜੰਮ ਗਿਆ, ਬਰਫ਼ ਬਣ ਗਈ, ਜਦੋਂ ਉਸ ਨੂੰ ਗਰਮੈਸ਼ ਮਿਲੀ ਉਹ ਫਿਰ ਢਲ ਗਈ, ਪਾਣੀ ਬਣ ਗਿਆ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਇਹ ਜਿਹੜੀ ਆਤਮਾ ਹੈ ਇਹ ਪਰਮਾਤਮਾ ਦੀ ਅੰਸ਼ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਕਹੋ ਕਬੀਰ ਇਹੋ ਰਾਮ ਕੀ ਅੰਸ਼, ਰਾਮ ਦੀ ਅੰਸ਼ ਹੈ। ਅਤੇ ਉਹ ਆਤਮਾ ਜਿਹੜੀ ਹੈ ਜਦੋਂ ਕੋਈ ਉਹਦੀ ਲਖਤਾ ਕਰ ਲੈਂਦਾ ਹੈ ਗੁਰੂ ਦੀ ਕਿਰਪਾ ਦੁਆਰਾ, ਜੁਗਤੀਆਂ ਦੁਆਰਾ, ਉਹ ਪਰਮੇਸ਼ਰ 'ਚ ਇੱਦਾਂ ਲੀਨ ਹੋ ਜਾਂਦੀ ਹੈ ਜਿਵੇਂ ਪਾਣੀ ਦੇ ਵਿੱਚ ਪਾਣੀ ਰਲਦਾ। ਹੁਣ ਪਾਣੀ ਦੇ ਵਿੱਚ ਜਦੋਂ ਪਾਣੀ ਰਲ ਜਾਏ ਉਹ ਪੂਰਨ ਲੀਨਤਾ ਹੁੰਦੀ ਹੈ। ਇੱਕ ਬੰਨੇ ਘੜੇ ਦਾ ਪਾਣੀ ਹੈ, ਇੱਕ ਬੰਨੇ ਦਰਿਆ ਦਾ ਪਾਣੀ ਹੈ। ਅਤੇ ਦਰਿਆ ਦੇ ਪਾਣੀ ਦੇ ਵਿੱਚ ਘੜੇ ਦਾ ਪਾਣੀ ਪਾ ਦਈਏ, ਫਿਰ ਉਹਨੂੰ ਆਪਾਂ ਕਹੀਏ ਵੀ ਵੱਖ ਕੱਢ, ਕਿੱਥੇ ਹੈ ਘੜੇ ਦਾ ਪਾਣੀ? ਹੈ ਹੀ ਨਹੀਂ, ਰਲ ਗਿਆ ਉਹਦੇ ਵਿੱਚ ਹੀ। ਜਿਵੇਂ ਨਦੀਆਂ ਸਮੁੰਦਰ ਦੇ ਵੱਲ ਜਾਂਦੀਆਂ ਹਨ, ਸਮੁੰਦਰ 'ਚ ਜਦੋਂ ਪੈ ਜਾਂਦੀਆਂ ਫਿਰ ਉਹਨਾਂ ਦਾ ਕੋਈ ਨਾਮ ਨਹੀਂ ਰਹਿੰਦਾ। ਗੰਗਾ ਕਿੱਥੇ ਹੈ, ਜਮਨਾ ਕਿੱਥੇ ਹੈ, ਸਰਸਵਤੀ ਕਿੱਥੇ ਹੈ? ਉਹ ਵੱਖੋ ਵੱਖਰੇ ਨਾਮ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਉਹਦੇ 'ਚ ਲੀਨ ਨਹੀਂ ਹੁੰਦੀਆਂ। ਜਦੋਂ ਸਮੁੰਦਰ 'ਚ ਹੋ ਗਈਆਂ ਫਿਰ ਤਾਂ ਸਮੁੰਦਰ ਨਾਮ ਪੈ ਗਿਆ। ਇਸੇ ਪ੍ਰਕਾਰ ਹੀ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਰਦੇ ਹਨ ਕਿ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਇਹ ਆਤਮਾ ਅਤੇ ਪਰਮਾਤਮਾ ਦੀ ਲੀਨਤਾ ਇੱਦਾਂ ਹੋ ਜਾਂਦੀ ਹੈ ਜਿਵੇਂ ਪਾਣੀ ਦੇ ਵਿੱਚ ਪਾਣੀ ਰਲ ਜਾਂਦਾ ਹੈ। ਸੋਰਠ ਮਹੱਲਾ ਨਾਵਾ, ਪ੍ਰੀਤਮ ਜਾਨ ਲੇਹੋ ਮਨ ਮਾਹੀ। ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ
ਸੋਰਠ ਰਾਗ ਦੇ ਅੰਦਰ ਅਖੀਰਲਾ ਸ਼ਬਦ ਉਚਾਰਨ ਕਰਦੇ ਹਨ, ਜਿਸ ਦੇ ਅੰਦਰ ਬਚਨ ਕਰਦੇ ਹਨ ਕਿ ਐ ਮਨਾ, ਆਪਣੇ ਮਨ ਦੇ ਵਿੱਚ ਤੂੰ ਇਹ ਗੱਲ ਨੂੰ ਸਮਝ ਲੈ। ਪ੍ਰੀਤਮ ਜਾਨ ਲੇਹੋ ਮਨ ਮਾਹੀ, ਕਿ ਹੇ ਪਿਆਰੇ ਮਨਾ, ਆਪਣੇ ਮਨ ਦੇ ਵਿੱਚ ਹੀ ਤੂੰ ਇਹ ਗੱਲ ਨੂੰ ਪੱਕੀ ਤਰ੍ਹਾਂ ਧਾਰਨ ਕਰ ਲੈ, ਜਾਣ ਲੈ, ਸਮਝ ਲੈ। ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸਤਿਗੁਰੂ ਜੀ ਕਹਿੰਦੇ ਆਪਣੇ ਸੁੱਖਾਂ ਦੇ ਵਾਸਤੇ ਹੀ ਇਹ ਜਗਤ ਦੇ ਅੰਦਰ ਸਾਰਾ ਸੰਸਾਰ ਜਿਹੜਾ ਉਹ ਫਾਂਦਿਓ ਕਹੀਏ ਭੱਜ ਰਿਹਾ। ਕੋ ਕਾਹੂ ਕੋ ਨਾਹੀ, ਕੋਈ ਇੱਥੇ ਕਿਸੇ ਦਾ ਸੰਗੀ ਸਾਥੀ ਲੋਕ ਪਰਲੋਕ ਦਾ ਨਹੀਂ ਬਣਦਾ। ਇਸ ਕਰਕੇ ਤੇਰਾ ਸਾਥ ਦੇਣ ਵਾਲਾ, ਤੇਰੀ ਸਹਾਇਤਾ ਕਰਨ ਵਾਲਾ ਉਹ ਪਰਮੇਸ਼ਰ ਹੈ, ਪਰਮਾਤਮਾ ਹੈ, ਗੁਰੂ ਹੈ, ਉਹਦਾ ਨਾਮ ਹੈ। ਇਸ ਕਰਕੇ ਉਹਨੂੰ ਛੱਡ ਕੇ ਤੇ ਇਹ ਜਗਤ ਦੇ ਜਿੰਨੇ ਕੋਈ ਤੂੰ ਸੰਬੰਧ ਬਣਾਉਣਾ ਹੈ, ਇਹ ਤੇਰੇ ਉਹ ਥੋੜ੍ਹੇ ਸਮੇਂ ਦੇ ਛਿਣ ਭੰਗਰ ਦੇ ਨਾਸ ਹੋਣ ਵਾਲੇ ਹਨ। ਰਹਾਉ ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ। ਸਤਿਗੁਰੂ ਜੀ ਕਹਿੰਦੇ ਸੁੱਖ ਦੇ ਸਮੇਂ ਬਹੁਤੇ ਆ ਕੇ ਮਿਲਦੇ ਹੈ, ਬੈਠਦੇ ਹੈ, ਚਾਹੋਂ ਦਿਸ ਘੇਰੈ, ਚਾਰੇ ਤਰਫਾਂ ਤੋਂ ਘੇਰਾ ਪੈਂਦਾ। ਕਿਉਂਕਿ ਜਦੋਂ ਮਨੁੱਖ ਦੇ ਕੋਲ ਸੁੱਖ ਹੈ, ਆਦਮੀ ਸੁਖੀ ਹੈ, ਫਿਰ ਉਹਦੇ ਕੋਲ ਹਰ ਕੋਈ ਆਉਂਦਾ ਬੈਠਦਾ ਅਤੇ ਚਾਰੇ ਪਾਸਿਆਂ ਤੋਂ ਉਸ ਨੂੰ ਘੇਰਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਬਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੇਰੈ। ਪਰ ਜਦੋਂ ਬਿਪਤਾ ਦਾ ਸਮਾਂ ਆਉਂਦਾ ਹੈ, ਸਭ ਹੀ ਸੰਗ ਛਾਡਤ, ਫਿਰ ਸਾਰੇ ਹੀ ਸੰਗ ਛੱਡ ਜਾਂਦੇ ਆ। ਕੋ ਨਾ ਆਵਤ ਨੇੜੈ, ਕੋਈ ਵੀ ਪ੍ਰਮਾਤਮਾ ਤੋਂ, ਗੁਰੂ ਤੋਂ ਬਿਨਾਂ ਨੇੜੇ ਨਹੀਂ ਆਉਂਦਾ। ਜਿਵੇਂ ਇੱਕ ਬੱਚੇ ਦੀ ਘਟਨਾ ਆਉਂਦੀ ਹੈ ਕਿ ਕਿਸੇ ਦੇ ਘਰ ਦੇ ਅੰਦਰ 4 ਲੜਕੇ ਸਨ। ਉਹ 3 ਜਿਹੜੇ ਸਨ ਉਹ ਚੰਗੇ ਕੰਮਾਂ ਕਾਰਾਂ 'ਤੇ ਲੱਗੇ ਹੋਏ। ਇੱਕ ਜਿਹੜਾ ਸੀ ਉਹ ਰੱਬ ਦਾ ਪਿਆਰਾ ਭੋਲਾ ਪੰਛੀ, ਉਹ ਵਿਚਾਰਾ ਜਿੱਥੇ ਕੋਈ ਸਤ ਸੰਗਤ ਹੋਇਆ ਕਰੇ, ਸਾਧੂ ਮਹਾਤਮਾ ਹੋਇਆ ਕਰਨ, ਉੱਥੇ ਚੱਲ ਜਾਇਆ ਕਰੇ, ਬੰਦਗੀ ਕਰਿਆ ਕਰੇ। ਅਤੇ ਘਰ ਦੇ ਜਿਹੜੇ ਸਨ ਉਹ ਬੜੇ ਦੁਖੀ, ਕਿਉਂਕਿ ਸਮਝਦਾ ਕੋਈ ਵਿਰਲਾ ਹੀ ਹੈ। ਉਹਨਾਂ ਨੇ ਬੜਾ ਕਿਹਾ ਵੀ ਇਹ ਕੁਝ ਲਿਆਉਂਦਾ ਨਹੀਂ ਘਰ ਦੇ ਵਿੱਚ, ਇਹ ਨੁਕਸਾਨ ਕਰਦਾ। ਅਤੇ ਉੱਥੋਂ ਦਾ ਜਿਹੜਾ ਰਾਜਾ ਸੀ, ਕਹਿੰਦੇ ਵੀ ਕੀ ਹੋਇਆ, ਰਾਜੇ ਦੇ ਕੋਈ ਔਲਾਦ ਨਹੀਂ ਸੀ, ਸੰਤਾਨ ਨਹੀਂ ਸੀ। ਰਾਜੇ ਨੇ ਬੜੇ ਯਤਨ ਕੀਤੇ ਅਤੇ ਵੈਦ ਹਕੀਮ ਜਿਹੜੇ ਉਹ ਵੀ ਫੇਲ ਹੋ ਗਏ। ਫਿਰ ਰਾਜੇ ਨੇ ਜੋਤਸ਼ੀ ਵਾਲੇ ਸੱਦੇ, ਪੰਡਤ ਲੋਕ ਸੱਦੇ। ਉਹ ਜੋਤਸ਼ੀਆਂ ਨੇ ਸਲਾਹ ਦਿੱਤੀ, ਜੋਤਿਸ਼ ਲਾ ਕੇ, ਵਿੱਦਿਆ ਲਾ ਕੇ ਵੀ ਰਾਜਨ ਤੇਰੇ ਘਰ ਦੇ ਵਿੱਚ ਲੜਕਾ ਤਾਂ ਹੋ ਸਕਦਾ, ਤੇਰੀ ਸੰਤਾਨ ਹੋ ਸਕਦੀ ਹੈ, ਪਰ ਉਹਦੇ ਵਾਸਤੇ ਤੈਨੂੰ ਇੱਕ ਕਰਮ ਕਰਨਾ ਪੈਣਾ, ਉਪਾਅ ਕਰਨਾ ਪੈਣਾ। ਰਾਜਾ ਕਹਿੰਦਾ ਵੀ ਦੱਸੋ। ਕਹਿਣ ਲੱਗੇ ਵੀ ਕੋਈ ਬੱਚਾ ਹੋਵੇ, ਉਸ ਦੀ ਬਲੀ ਜਿਹੜੀ ਆ ਉਹ ਦੇਵੀ ਨੂੰ ਦਿੱਤੀ ਜਾਏ, ਉਹ ਫਿਰ ਤੇਰੇ ਘਰ ਦੇ ਵਿੱਚ ਦੇਵੀ ਜਦੋਂ ਪ੍ਰਸੰਨ ਹੋ ਗਈ, ਤੇਰੇ ਘਰ ਦੇ ਵਿੱਚ ਫਿਰ ਉਹ ਪੁੱਤਰ ਹੋ ਕੇ ਪੈਦਾ ਹੋਏਗਾ। ਅਤੇ ਰਾਜੇ ਨੇ ਕਹਿ ਦਿੱਤਾ ਵੀ ਚਲੋ ਸ਼ਹਿਰ ਦੇ ਵਿੱਚ ਢੰਡੋਰਾ ਪਿੱਟ ਦਿਓ, ਸਭ ਨੂੰ ਸੂਚਿਤ ਕਰ ਦਿਓ ਵੀ ਜੇ ਕਿਸੇ ਨੇ ਇੱਦਾਂ ਦਾ ਕੋਈ ਬੱਚਾ ਦੇਣਾ ਹੋਵੇ, ਉਹਨੂੰ ਮਾਇਆ ਬਹੁਤ ਦਿੱਤੀ ਜਾਊਗੀ। ਜਦੋਂ ਇਹਨਾਂ ਦੇ ਕੰਨੀ ਆਵਾਜ਼ ਪਈ, ਇਹਨਾਂ ਨੇ ਸੋਚਿਆ ਵੀ 3 ਤਾਂ ਚੰਗੇ ਆ, ਇਹ ਇੱਕ ਜਿਹੜਾ ਨਾ ਇਹ ਨਹੀਂ ਕੁਝ ਕਰਦਾ, ਵੀ ਇੱਕ ਕੰਮ ਕਰੀਏ ਵੀ ਇਹਨੂੰ ਆਪਾਂ ਵੇਚ ਦਈਏ ਰਾਜੇ ਦੇ ਕੋਲ, ਮਾਇਆ ਮਿਲ ਜਾਊਗੀ, ਵਿਹਲਾ ਅਤੇ ਕਰਦਾ ਤਾਂ ਹੈ ਨਹੀਂ ਕੁਝ। ਉਹ ਲੈ ਗਏ ਰਾਜੇ ਦੇ ਕੋਲ, ਲੈ ਗਏ ਵੀ ਰਾਜਨ ਇਹ ਸਾਡਾ ਬੱਚਾ ਹੈ ਅਤੇ ਅਸੀਂ ਇਸ ਨੂੰ ਦੇਣਾ। ਰਾਜੇ ਨੇ ਮਾਇਆ ਦੇ ਦਿੱਤੀ, ਜਿੰਨੀ ਉਹਨਾਂ ਨੇ ਮੰਗੀ ਲੈ ਆਏ ਘਰ ਦੇ ਵਿੱਚ। ਬੜੇ ਖੁਸ਼ ਹੈ ਕਿ ਖਹਿੜਾ ਛੁੱਟ ਗਿਆ, ਕਰਦਾ ਕੁਝ ਨਹੀਂ ਸੀ। ਅਤੇ ਜਦੋਂ ਉਹ ਸਮਾਂ ਆਇਆ ਬਲੀ ਦੇਣ ਦਾ, ਅਤੇ ਬੱਚੇ ਨੂੰ ਰਾਜੇ ਨੇ ਪੁੱਛਿਆ ਵੀ ਬੱਚਾ ਤੇਰੀ ਕੋਈ ਇੱਛਾ ਹੋਵੇ, ਤੇਰੀ ਕੋਈ ਆਖਰੀ ਖੁਆਇਸ਼ ਹੋਵੇ। ਅਤੇ ਬੱਚਾ ਕਹਿਣ ਲੱਗਿਆ ਜੀ ਹਾਂ ਮੇਰੀ ਇੱਕ ਇੱਛਾ ਹੈ। ਅਤੇ ਰਾਜਾ ਕਹਿੰਦਾ ਵੀ ਦੱਸ। ਕਹਿੰਦਾ ਵੀ ਮੈਂ ਖੇਡਣਾ ਅਤੇ ਇਹਦੇ ਵਾਸਤੇ ਮੈਨੂੰ ਮਿੱਟੀ ਚਾਹੀਦੀ ਹੈ, ਕਿਉਂਕਿ ਬੱਚੇ ਮਿੱਟੀ ਨਾਲ ਖੇਡਦੇ ਆ। ਰਾਜੇ ਨੇ ਮਿੱਟੀ ਮੰਗਾ ਦਿੱਤੀ ਅਤੇ ਉਹ ਬੱਚੇ ਨੇ ਕੀ ਕੀਤਾ ਵੀ ਮਿੱਟੀ ਦੇ ਨਾਲ ਇੱਕ ਢੇਰੀ ਬਣਾ ਲਈ। ਜਦੋਂ ਢੇਰੀ ਬਣਾਈ ਅਤੇ ਹੱਸਦੇ ਨੇ ਢੇਰੀ ਬਣਾਈ ਬੜੀ ਰੀਝ ਦੇ ਨਾਲ। ਜਦੋਂ ਢੇਰੀ ਬਣ ਗਈ ਅਤੇ ਵੇਖ ਕੇ ਉਹਦੇ ਵੱਲ ਫਿਰ ਰੋਣ ਲੱਗ ਪਿਆ
ਰੋ ਕੇ ਉਹ ਢੇਰੀ ਢਾਹ ਦਿੱਤੀ। ਜਦੋਂ ਫਿਰ ਦੂਜੀ ਢੇਰੀ ਬਣਾਉਣ ਲੱਗ ਪਿਆ ਮਿੱਟੀ ਦੀ, ਫਿਰ ਹੱਸਦੇ ਨੇ, ਬੜੇ ਚਾਵਾਂ ਦੇ ਨਾਲ ਬਣਾਈ ਢੇਰੀ। ਜਦੋਂ ਬਣ ਗਈ ਵੇਖਿਆ ਢੇਰੀ ਵੱਲ, ਫਿਰ ਰੋਣ ਲੱਗ ਪਿਆ, ਫਿਰ ਢਾਹ ਦਿੱਤੀ। ਇਸੇ ਪ੍ਰਕਾਰ ਫਿਰ ਤੀਸਰੀ ਢੇਰੀ ਬਣਾਈ, ਉਹ ਵੀ ਬਣਾ ਕੇ ਰੋਣ ਲੱਗ ਪਿਆ ਅਤੇ ਢਾਹ ਦਿੱਤੀ। ਜਦੋਂ ਚੌਥੀ ਢੇਰੀ ਬਣਾਈ, ਚੌਥੀ ਢੇਰੀ ਬਣਾ ਕੇ ਢੇਰੀ ਵੱਲ ਵੇਖ ਕੇ ਬੜਾ ਖੁਸ਼ ਹੋਇਆ, ਢੇਰੀ ਨੂੰ ਮੱਥਾ ਟੇਕਿਆ, ਪਰਿਕਰਮਾ ਕੀਤੀ ਅਤੇ ਬਹਿ ਗਿਆ। ਜਦੋਂ ਬਹਿ ਗਿਆ ਫਿਰ ਰਾਜੇ ਨੂੰ ਕਹਿਣ ਲੱਗਿਆ ਵੀ ਠੀਕ ਹੈ, ਮੈਂ ਆਪਦਾ ਕਰਮ ਕਰ ਲਿਆ, ਹੁਣ ਜੋ ਤੁਸੀਂ ਕਰਨਾ ਉਹ ਤੁਸੀਂ ਕਰੋ। ਰਾਜੇ ਨੇ ਵੇਖਿਆ ਵੀ ਸਮਝ ਤੇ ਕੁਝ ਵੀ ਨਹੀਂ ਆਇਆ ਵੀ ਕੀ ਕੀਤਾ ਇਹਨੇ, ਅਤੇ ਰਾਜਾ ਕਹਿੰਦਾ ਵੀ ਇਹਨੂੰ ਪੁੱਛੋ ਵੀ ਇਹਨੇ ਕੀਤਾ ਕੀ ਹੈ, ਖੇਡਿਆ ਕਿਵੇਂ ਹੈ। 3 ਢੇਰੀਆਂ ਬਣਾਈਆਂ ਇਸ ਨੇ, ਹੱਸਦੇ ਨੇ ਰੋਂਦੇ ਨੇ ਢਾਹ ਦਿੱਤੀਆਂ। ਫਿਰ ਚੌਥੀ ਵੇਲੇ ਕੀ ਹੋਇਆ, ਇਹਨੇ ਮੱਥਾ ਟੇਕਿਆ, ਪਰਿਕਰਮਾ ਕੀਤੀ। ਉਹ ਕਹਿਣ ਲੱਗੇ ਵੀ ਪੁੱਛੋ ਬੱਚੇ ਨੂੰ। ਬੱਚਾ ਕਹਿਣ ਲੱਗਿਆ ਵੀ ਨਹੀਂ ਰਾਜਨ, ਤੇਰੇ ਸਮਝ ਨਹੀਂ ਆਉਣੀ ਗੱਲ, ਤੂੰ ਜਿਹੜਾ ਆਪਦਾ ਕਰਮ ਕਰਨਾ ਉਹ ਕਰ ਲਾ। ਕਹਿਣ ਲੱਗਿਆ ਨਹੀਂ, ਜਿੰਨਾ ਚਿਰ ਇਹਦਾ ਨਿਰਣਾ ਨਹੀਂ ਹੁੰਦਾ ਓਨਾ ਚਿਰ ਕੋਈ ਕਾਰਵਾਈ ਨਹੀਂ ਕੀਤੀ ਜਾਊ। ਫਿਰ ਬੱਚਾ ਦੱਸਣ ਲੱਗ ਪਿਆ। ਬੱਚਾ ਕਹਿਣ ਲੱਗ ਗਿਆ, ਕਹਿੰਦਾ ਜੀ ਰਾਜਨ, ਪਹਿਲੀ ਢੇਰੀ ਮੈਂ ਬਣਾਈ ਸੀ ਆਪਣੇ ਮਾਤਾ ਪਿਤਾ ਦੀ ਸਾਕ ਸੰਬੰਧੀਆਂ ਦੀ, ਬੜੇ ਮੈਂ ਹੱਸਦੇ ਹੱਸਦੇ ਨੇ ਬਣਾਈ ਕਿ ਇਹਨਾਂ ਨੇ ਮੈਨੂੰ ਪਾਲਣਾ, ਇਹਨਾਂ ਨੇ ਮੇਰੀ ਰੱਖਿਆ ਕਰਨੀ, ਸਭ ਕੁਝ ਕਰਨਾ। ਕਹਿੰਦਾ ਜਦੋਂ ਉਹ ਢੇਰੀ ਬਣ ਗਈ ਅਤੇ ਮੈਂ ਵੇਖਿਆ ਵੀ ਉਹ ਤਾਂ ਵੇਚ ਗਏ ਮੈਨੂੰ ਇੱਥੇ, ਉਹਨਾਂ ਨੇ ਤਾਂ ਮੇਰਾ ਕੋਈ ਸਾਥ ਨਹੀਂ ਦਿੱਤਾ। ਕਹਿਣ ਲੱਗਿਆ ਫਿਰ ਮੈਂ ਰੋਂਦੇ ਨੇ ਢਾਹ ਦਿੱਤੀ ਵੀ ਇਹ ਸਾਥ ਨਹੀਂ ਨਿਭਣ ਵਾਲੇ, ਇਹਨਾਂ ਦੁਆਰਾ ਵੀ ਬਚਾਅ ਨਹੀਂ ਹੋ ਸਕਦਾ, ਹੁਣ ਮੌਤ ਦੇ ਮੂੰਹ 'ਚੋਂ ਇਹ ਨਹੀਂ ਕੱਢ ਸਕਦੇ। ਕਹਿੰਦਾ ਮੈਂ ਢਾਹ ਦਿੱਤੀ। ਕਹਿਣ ਲੱਗਿਆ ਫਿਰ ਦੂਸਰੀ ਢੇਰੀ ਕਿਹਦੀ ਬਣਾਈ? ਰਾਜਾ ਕਹਿੰਦਾ। ਉਹ ਬੱਚਾ ਕਹਿੰਦਾ ਦੂਸਰੀ ਢੇਰੀ ਮੈਂ ਬਣਾਈ ਰਾਜਾ ਤੇਰੀ, ਵੀ ਤੂੰ ਰਾਜਾ ਹੈ ਅਤੇ ਰਾਜਾ ਆਪਣੀ ਪ੍ਰਜਾ ਨੂੰ ਸੁਖੀ ਕਰਦਾ, ਵੀ ਰਾਜੇ ਦੀ ਜਿੰਨੀ ਪ੍ਰਜਾ ਹੈ, ਰਾਜੇ ਦੇ ਰਾਜ ਦੇ ਵਿੱਚ ਕੋਈ ਜਿਹੜਾ ਅਨਿਆਂ ਨਾ ਹੋਵੇ, ਜ਼ੁਲਮ ਨਾ ਹੋਵੇ, ਪਾਪ ਨਾ ਹੋਵੇ। ਪਰ ਤੂੰ ਵੀ ਪੁੱਤਰ ਦੇ ਲਾਲਚ ਦੇ ਵਿੱਚ ਆ ਕੇ ਅਤੇ ਤੂੰ ਵੀ ਕਿਹਾ ਵੀ ਹਾਂ ਵੀ ਇਹਦੀ ਬਲੀ ਦੇ ਦਿਓ, ਉਹਨੂੰ ਮਾਰ ਦਿਓ, ਮੈਨੂੰ ਖਰੀਦ ਲਿਆ। ਕਹਿਣ ਲੱਗਿਆ ਤੂੰ ਵੀ ਆਪਣਾ ਜਿਹੜਾ ਰਾਜ ਧਰਮ ਸੀ ਨਾ ਉਹ ਛੱਡ ਦਿੱਤਾ, ਅਤੇ ਤੇਰਾ ਵੀ ਆਸਰਾ ਛੁੱਟ ਗਿਆ, ਤੇਰੀ ਵੀ ਢੇਰੀ ਮੈਂ ਢਾਹ ਦਿੱਤੀ। ਫਿਰ ਕਹਿਣ ਲੱਗਿਆ ਵੀ ਤੀਸਰੀ? ਕਹਿੰਦਾ ਤੀਸਰੀ ਇਹ ਸੰਸਾਰ ਦੇ ਵਿੱਚ ਮੰਨੇ ਹਨ ਦੇਵੀ ਦੇਵਤੇ, ਵੀ ਇਹ ਰੱਖਿਆ ਕਰਦੇ। ਕਹਿਣ ਲੱਗਿਆ ਵੀ ਜਦੋਂ ਮੈਂ ਵੇਖਿਆ ਵੀ ਇਹਦੀ ਤਾਂ ਬਲੀ ਦੇਣੀ ਹੈ, ਇਸੇ ਨੂੰ ਤਾਂ ਖੁਸ਼ ਕਰਨਾ ਮੈਨੂੰ ਮਾਰ ਕੇ, ਅਤੇ ਫਿਰ ਮੈਂ ਸੋਚਿਆ ਵੀ ਨਹੀਂ, ਇਹ ਵੀ ਕੋਈ ਸਾਥ ਨਹੀਂ ਦੇਣ ਵਾਲੇ, ਇਹ ਵੀ ਆਪੋ ਆਪਣੀ ਪੂਜਾ ਦੇ ਵਿੱਚ ਹੀ ਲੱਗੇ ਆ ਕਿ ਮੈਨੂੰ ਪੂਜਿਆ ਜਾਵੇ। ਉਹ ਕਹਿੰਦਾ ਮੈਨੂੰ ਪੂਜਿਆ ਜਾਵੇ। ਫਿਰ ਉਹ ਕਹਿਣ ਲੱਗਿਆ ਚੌਥੀ ਮੈਂ ਬਣਾਈ ਹੈ ਪਰਮੇਸ਼ਰ ਦੀ, ਪਰਮਾਤਮਾ ਦੀ, ਕਿ ਹੁਣ ਤਾਂ ਰੱਬ ਹੈ, ਪਰਮਾਤਮਾ ਹੈ, ਉਹ ਰੱਖਿਆ ਕਰ ਸਕਦਾ, ਉਹ ਜੇ ਚਾਹਵੇ ਤਾਂ ਹੁਣ ਵੀ ਉਹ ਮੇਰੀ ਜਾਨ ਬਚਾ ਸਕਦਾ, ਮੈਨੂੰ ਇਹ ਮੌਤ ਦੇ ਮੂੰਹ 'ਚੋਂ ਕੱਢ ਸਕਦਾ। ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ, ਕਿ ਜਦੋਂ ਕਰਤਾ ਪੁਰਖ ਵਾਹਿਗੁਰੂ ਸਹਾਇਤਾ ਲਈ ਖੜ੍ਹ ਜਾਂਦਾ, ਪਰਮੇਸ਼ਰ ਖੜ੍ਹ ਜਾਂਦਾ, ਫਿਰ ਕੋਈ ਵੀ ਕਿਸੇ ਨੂੰ ਕੁਝ ਨਹੀਂ ਕਰ ਸਕਦਾ। ਪ੍ਰਭ ਭਾਵੈ ਬਿਨ ਸਾਸ ਤੇ ਰੱਖ ਹੈ, ਕਿ ਪਰਮਾਤਮਾ ਆਪਦੀ ਆਈ 'ਤੇ ਆ ਜੇ, ਉਹ ਤੇ ਬਿਨਾਂ ਸਾਹਾਂ ਤੋਂ ਰੱਖ ਲੈਂਦਾ। ਕਹਿਣ ਲੱਗਿਆ ਵੀ ਹੁਣ ਪਰਮੇਸ਼ਰ ਹੀ ਮੇਰੀ ਰੱਖਿਆ ਕਰ ਸਕਦਾ। ਜਦੋਂ ਰਾਜੇ ਨੇ ਇਹ ਗੱਲਾਂ ਸੁਣੀਆਂ, ਰਾਜੇ 'ਤੇ ਬੜਾ ਅਸਰ ਪਿਆ। ਕਹਿਣ ਲੱਗਿਆ ਆਪਣੇ ਮੰਤਰੀਆਂ ਨੂੰ, ਜੋਤਸ਼ੀਆਂ ਨੂੰ, ਕਹਿਣ ਲੱਗਿਆ ਮੰਨ ਲਓ ਆਪਾਂ ਇਹ ਬੱਚੇ ਦੀ ਬਲੀ ਦੇ ਦਈਏ, ਕੀ ਪਤਾ ਦੇਵੀ ਖੁਸ਼ ਹੋਵੇ ਜਾਂ ਨਾ ਹੋਵੇ। ਮੰਨ ਲਓ ਜੇ ਹੋ ਵੀ ਗਈ, ਘਰ ਦੇ ਵਿੱਚ ਬੱਚਾ ਵੀ ਹੋ ਗਿਆ, ਅਤੇ ਇਹਦੇ ਵਰਗਾ ਨਹੀਂ ਹੋ ਸਕਦਾ ਜਿੱਦਾਂ ਦਾ ਇਹ ਹੈ, ਜਿੱਦਾਂ ਦੀ ਇਹਦੀ ਸੋਚ ਹੈ, ਇਹਦੀ ਬਿਰਤੀ ਹੈ, ਇਹਦੇ ਅੰਦਰ ਜਿਹੜੇ ਗੁਣ ਹਨ ਉਹਦੇ ਅੰਦਰ ਨਹੀਂ ਹੋ ਸਕਦੇ। ਅਤੇ ਆਪਾਂ ਇੱਕ ਕੰਮ ਕਰੀਏ ਵੀ ਇਸੇ ਨੂੰ ਹੀ ਆਪਣਾ ਪੁੱਤਰ ਬਣਾ ਲਈਏ, ਕਿਉਂਕਿ ਉਹਨਾਂ ਨੇ ਤਾਂ ਵੇਚ ਹੀ ਦਿੱਤਾ। ਕਹਿੰਦੇ ਰਾਜੇ ਨੇ ਉਸ ਬੱਚੇ ਨੂੰ ਆਪਣੇ ਘਰ ਦੇ ਵਿੱਚ ਰੱਖ ਕੇ ਪਾਲ ਲਿਆ, ਫਿਰ ਉਸੇ ਨੂੰ ਰਾਜ ਭਾਗ ਦਿੱਤਾ। ਸੋ ਇਸ ਪ੍ਰਕਾਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਰਦੇ ਹਨ, ਕੋ ਕਾਹੂ ਕੋ ਨਾਹੀਂ। ਇਸ ਸੰਸਾਰ ਦੇ ਅੰਦਰ ਪਰਮੇਸ਼ਰ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਕੋਈ ਵੀ ਜੀਵ ਦੀ ਸਹਾਇਤਾ ਕਰਨ ਵਾਲਾ ਨਹੀਂ ਹੈ। ਘਰ ਕੀ ਨਾਰ ਬਹੁਤ ਹਿਤ ਜਾਸਿਓ,
ਸਦਾ ਰਹਿਤ ਸੰਗ ਲਾਗੀ। ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਅੰਦਰ ਸਭ ਤੋਂ ਨੇੜੇ ਘਰ ਕੀ ਨਾਰ ਬਹੁਤ ਹਿਤ ਜਾਸਿਓ, ਕਿ ਘਰ ਵਾਲੀ ਦੇ ਨਾਲ ਜੀਵ ਦਾ ਸਨੇਹ ਹੈ, ਪ੍ਰੇਮ ਹੈ, ਸਦਾ ਜੀਵਨ ਜਿਹੜਾ ਉਹਦੇ ਨਾਲ ਬਤੀਤ ਕਰਦਾ ਹੈ ਅਤੇ ਉਹਦੇ ਅੰਗ ਸੰਗ ਹੋ ਕੇ ਰਹਿੰਦਾ ਹੈ। ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਸਤਿਗੁਰੂ ਜੀ ਕਹਿੰਦੇ ਜਦੋਂ ਇਹ ਸਰੀਰ ਦੇ ਵਿੱਚੋਂ ਸਵਾਸ ਨਿਕਲ ਜਾਂਦੇ, ਜਬ ਹੀ ਹੰਸ ਤਜੀ ਇਹ ਕਾਇਆ, ਜਿਹੜਾ ਹੰਸ ਹੈ, ਆਤਮਾ ਹੈ, ਉਹ ਜਦੋਂ ਨਿਕਲਦਾ ਸਰੀਰ ਦੇ ਵਿੱਚੋਂ, ਸਰੀਰ ਪਿੱਛੇ ਰਹਿ ਜਾਂਦਾ ਅਤੇ ਉਹ ਕਾਇਆ ਸਰੀਰ ਨੂੰ ਵੇਖ ਵੇਖ ਕੇ ਪ੍ਰੇਤ ਪ੍ਰੇਤ ਕਰ ਭਾਗੀ। ਫਿਰ ਉਹ ਸਰੀਰ ਤੋਂ ਡਰਦੇ ਹੈ, ਸਰੀਰ ਨੂੰ ਪ੍ਰੇਤ ਕਹਿੰਦੇ ਹੈ। ਆਦ ਘੜੀ ਕੋਊ ਨਹਿ ਰਾਖਤ, ਘਰ ਤੇ ਦੇਤ ਨਕਾਰ। ਫਿਰ ਤੇ ਕਹਿੰਦੇ ਆ ਵੀ ਅੱਧੀ ਘੜੀ ਵੀ ਨਹੀਂ ਰੱਖਣਾ, ਛੇਤੀ ਤੋਂ ਛੇਤੀ ਘਰ ਦੇ ਵਿੱਚੋਂ ਲਿਜਾਓ, ਕਿਉਂਕਿ ਇਹ ਪ੍ਰੇਤ ਬਣ ਚੁੱਕਿਆ। ਹੁਣ ਹੁੰਦੀ ਤੇ ਮਿੱਟੀ ਹੈ ਉਹ ਪੰਜਾਂ ਤੱਤਾਂ ਦੀ, ਉਹ ਚੀਜ਼ ਤੇ ਵਿੱਚੋਂ ਨਿਕਲ ਗਈ ਅਤੇ ਉਹ ਮਿੱਟੀ ਤੋਂ ਹੀ ਡਰੀ ਜਾਂਦੇ ਆ ਫਿਰ ਕਿ ਇਹ ਨਾ ਕੁਝ ਕਰ ਜਾਏ, ਇੱਧਰ ਨਾ ਲੱਗ ਜਾਏ। ਕਿੱਦਾਂ ਦੇ ਵਹਿਮ ਭਰਮ ਫਿਰ ਜਿਹੜੇ ਆ ਉਹ ਪੈ ਜਾਂਦੇ ਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਉਹ ਹੰਸ ਵਿੱਚੋਂ ਨਿਕਲ ਗਿਆ, ਫਿਰ ਸਭ ਹੀ ਪ੍ਰੇਤ ਪ੍ਰੇਤ ਕਹਿ ਕਹਿ ਕੇ ਅਤੇ ਕਹਿੰਦੇ ਹਨ, ਪੁਕਾਰਦੇ ਹਨ, ਇਹ ਬਿਧ ਕੋ ਵਿਵਹਾਰ ਬਣਿਓ ਹੈ, ਜਾਸਿਓ ਨੇਹੋ ਲਗਾਇਓ। ਸਤਿਗੁਰੂ ਜੀ ਕਹਿੰਦੇ ਇਹ ਵਿਧੀ, ਇਹ ਵਿਵਹਾਰ ਜਿਹੜਾ ਨਾ ਉਹ ਇੱਦਾਂ ਦਾ ਹੀ ਬਣਿਆ ਹੋਇਆ, ਜਿਹਦੇ ਨਾਲ ਤੂੰ ਨੇਹ ਅਤੇ ਪ੍ਰੇਮ ਲਾਇਆ, ਉਹਦਾ ਨਤੀਜਾ ਆਹੀ ਨਿਕਲਦਾ। ਸੰਸਾਰ ਦੇ ਸੁੱਖਾਂ ਦੇ ਨਾਲ ਜੁੜ ਕੇ, ਸੰਸਾਰ ਦੇ ਪਦਾਰਥਾਂ ਦੇ ਨਾਲ ਮੋਹ ਪਾ ਕੇ, ਉਹਦਾ ਨਤੀਜਾ ਜਿਹੜਾ ਉਹ ਇਹੀ ਨਿਕਲਦਾ। ਇਹੀ ਵਿਧੀ ਹੈ, ਇਹੀ ਵਿਹਾਰ ਬਣਿਆ ਹੈ। ਅੰਤ ਬਾਰ ਨਾਨਕ ਬਿਨ ਹਰਿ ਜੀ, ਕੋਊ ਕਾਮ ਨ ਆਇਓ। ਸਤਿਗੁਰੂ ਜੀ ਕਹਿੰਦੇ ਅੰਤਲੇ ਸਮੇਂ ਬਿਨਾਂ ਹਰੀ ਪਰਮੇਸ਼ਰ ਤੋਂ, ਪਰਮਾਤਮਾ ਤੋਂ ਕੋਊ ਕਾਮ ਨ ਆਇਓ। ਕੋਈ ਵੀ ਕੰਮ ਜਿਹੜਾ ਉਹ ਨਹੀਂ ਆਉਂਦਾ। ਮਾਇਆ ਜੋੜਦਾ ਬੰਦਾ, ਉਹ ਵੀ ਅਖੀਰਲੇ ਸਮੇਂ ਕੰਮ ਨਹੀਂ ਆਉਂਦੀ। ਮਾਇਆ ਦੇ ਕੇ ਕਿਸੇ ਦੀ ਜਾਨ ਨਹੀਂ ਰੱਖੀ ਜਾ ਸਕਦੀ। ਕਿ ਜਮਦੂਤਾਂ ਨੂੰ ਮੌਤ ਜਦੋਂ ਆਉਂਦੀ ਹੈ ਅਤੇ ਮੌਤ ਨੂੰ ਕੋਈ ਕਵੇ ਕਿ ਇੰਨਾ ਮੇਰੇ ਕੋਲ ਮਾਇਆ ਅਤੇ ਇਹ ਲੈ ਲਾ ਅਤੇ ਮੈਨੂੰ ਛੱਡ ਜਾ, ਉਹ ਨਹੀਂ ਮੰਨਦੀ। ਇਸੇ ਪ੍ਰਕਾਰ ਹੀ ਕਿੰਨੇ ਰਿਸ਼ਤੇਦਾਰ, ਸਾਕ ਸੰਬੰਧੀ ਕੋਲੇ ਖੜ੍ਹੇ ਹੋਣ, ਪਰ ਉਹ ਜਦੋਂ ਆਉਂਦੀ ਹੈ ਪਤਾ ਨਹੀਂ ਚੱਲਦਾ, ਲੈ ਵੀ ਜਾਂਦੀ ਹੈ, ਕੋਈ ਨਹੀਂ ਬਚਾ ਸਕਦਾ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਕੋਊ ਕਾਮ ਨਾ ਆਇਓ। ਬਿਨਾਂ ਪਰਮੇਸ਼ਰ ਤੋਂ, ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਕੰਮ ਨਹੀਂ ਆਉਂਦਾ। ਇਹ ਨਹੀਂ ਕਿ ਨਾਮ ਜਪਣ ਵਾਲਿਆਂ ਦਾ ਸਰੀਰ ਨਹੀਂ ਛੁੱਟਦਾ, ਉਹਨਾਂ ਨੂੰ ਮੌਤ ਨਹੀਂ ਆਉਂਦੀ। ਮੌਤ ਤਾਂ ਆਉਂਦੀ ਹੈ, ਸਭ ਨੂੰ ਹੀ ਆਉਂਦੀ ਹੈ। ਪਰ ਜਿਨ੍ਹਾਂ ਨੇ ਨਾਮ ਜਪਿਆ, ਬੰਦਗੀ ਕੀਤੀ ਹੈ, ਸੇਵਾ ਸਿਮਰਨ ਕੀਤਾ, ਉਹ ਅੰਤਲੇ ਸਮੇਂ ਉਹਨਾਂ ਦੀ ਸੁਰਤ ਦੇ ਵਿੱਚ ਉਹ ਪਰਮੇਸ਼ਰ ਦਾ ਨਾਮ ਹੁੰਦਾ। ਅੰਤਲੇ ਸਮੇਂ ਉਹਨਾਂ ਦੀ ਜਿਹੜੀ ਮਨ ਦੀ ਵਾਸਨਾ ਬਣੀ ਹੁੰਦੀ, ਉਹ ਪਰਮੇਸ਼ਰ ਦੀ ਹੁੰਦੀ ਹੈ, ਨਾਮ ਦੀ ਹੁੰਦੀ ਹੈ। ਇਸ ਕਰਕੇ ਉਹਨਾਂ ਨੂੰ ਕੋਈ ਦੁੱਖ ਨਹੀਂ ਹੁੰਦਾ। ਜਿਵੇਂ ਜੰਗਲ ਦੇ ਵਿੱਚ ਆਪਾਂ ਇੱਕ ਸ਼ੇਰਨੀ ਵੇਖਦੇ ਹਾਂ, ਜੰਗਲ ਨੂੰ ਅੱਗ ਲੱਗ ਜਾਂਦੀ ਹੈ। ਜਦੋਂ ਜੰਗਲ ਨੂੰ ਅੱਗ ਲੱਗ ਜਾਂਦੀ ਹੈ ਅਤੇ ਜਿਹੜੀ ਸ਼ੇਰਨੀ, ਮੰਨ ਲਓ ਉਹਦੇ ਬੱਚੇ ਆ, ਛੋਟੇ ਹੈ, ਅਤੇ ਉਹ ਆਪਣੇ ਮੂੰਹ ਦੇ ਵਿੱਚ ਪਾ ਕੇ ਆਪਣੇ ਬੱਚਿਆਂ ਨੂੰ ਅਤੇ ਸੁਰੱਖਿਅਤ ਜਗ੍ਹਾ 'ਤੇ ਲੈ ਜਾਂਦੀ ਹੈ, ਬਾਹਰ ਕੱਢ ਲਿਆਉਂਦੀ ਅੱਗ 'ਚੋਂ। ਹੁਣ ਉਸੇ ਮੂੰਹ ਦੇ ਨਾਲ ਹੀ ਉਹ ਬਾਕੀ ਦੇ ਜਾਨਵਰ ਜਿਹੜੇ ਆ ਉਹ ਪਾੜ ਪਾੜ ਕੇ ਖਾਂਦੀ ਹੈ। ਉਹਨਾਂ ਨੂੰ ਜੇ ਕੋਈ ਹਿਰਨ ਦਿਖ ਜਾਏ ਉਹਨੂੰ ਪਾੜ ਦਿੰਦੀ ਹੈ, ਉਹਨੂੰ ਖਤਮ ਕਰ ਦਿੰਦੀ ਹੈ। ਹੁਣ ਉਸੇ ਹੀ ਮੂੰਹ ਦੇ ਨਾਲ ਆਪਦੇ ਬੱਚਿਆਂ ਨੂੰ ਬਾਹਰ ਕੱਢਦੀ ਹੈ। ਇਸੇ ਤਰ੍ਹਾਂ ਹੀ ਮੌਤ ਹੈ। ਜਿਹੜੀ ਮੌਤ ਹੈ ਉਹ ਰੱਬ ਦੇ ਪਿਆਰਿਆਂ ਨੂੰ, ਬੰਦਗੀ ਕਰਨ ਵਾਲਿਆਂ ਨੂੰ ਬੜੀ ਸੁਰੱਖਿਅਤ ਲੈ ਕੇ ਜਾਂਦੀ ਹੈ। ਉਹਦੇ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ ਉਹਨਾਂ ਦਾ। ਦੂਸਰੇ ਬੰਨੇ ਜਿਹੜੇ ਕੋਈ ਸੰਸਾਰ ਦੇ ਅੰਦਰ ਜਿਨ੍ਹਾਂ ਨੇ ਪਾਪ ਰੂਪ ਕਰਮ ਕੀਤੇ ਹੈ, ਕੋਈ ਚੰਗਾ ਕਰਮ ਧਰਮ ਨਹੀਂ ਕੀਤਾ, ਉਹ ਤੰਗ ਵੀ ਹੁੰਦੇ ਆ, ਦੁਖੀ ਵੀ ਹੁੰਦੇ ਆ, ਕਿਉਂਕਿ ਕਰਮ ਇੱਦਾਂ ਦੇ ਕੀਤੇ। ਇਸ ਕਰਕੇ ਪਰਮੇਸ਼ਰ, ਪਰਮਾਤਮਾ, ਵਾਹਿਗੁਰੂ ਜਿਹੜਾ ਹੈ ਨਾ, ਉਹ ਸਾਰੇ ਹਿਸਾਬ ਕਿਤਾਬ ਰੱਖਦਾ, ਉਹ ਨਹੀਂ ਕਿਸੇ ਦਾ ਲਿਹਾਜ਼ ਕਰਦਾ। ਇਸ ਕਰਕੇ ਉਹ ਪਰਮਾਤਮਾ ਦੀ ਬੰਦਗੀ ਕਰਨ ਦੇ ਵਿੱਚ, ਉਹਦਾ ਨਾਮ ਜਪਣ ਦੇ ਵਿੱਚ, ਗੁਰੂ ਵਾਲੇ ਬਣਨ ਦੇ ਵਿੱਚ, ਚੰਗੇ ਕਰਮ ਕਰਨ ਦੇ ਵਿੱਚ ਹੀ ਜੀਵਨ ਜਿਹੜਾ ਸੁਖੀ ਹੁੰਦਾ। ਇਸ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਦੇ ਰਾਹੀਂ ਸਾਡੇ ਮਨ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਆ ਕਿ ਮਨਾ ਤੂੰ ਜਾਗ,
ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਕਿ ਇਹ ਸੰਸਾਰ ਦੇ ਵਿੱਚ ਤੂੰ ਕਿਉਂ ਸੁੱਤਾ ਪਿਆ? ਕੁਝ ਨਾ ਕੁਝ ਤੇ ਆਪਣੇ ਜੀਵਨ ਦੇ ਵਿੱਚ ਕਰਮ ਧਰਮ ਕਮਾ, ਕੁਝ ਨਾ ਕੁਝ ਤੇ ਨਾਮ ਸਿਮਰਨ ਵਾਲੇ ਪਾਸੇ ਲੱਗ, ਗੁਰੂ ਵਾਲੇ ਪਾਸੇ ਲੱਗ। ਤੇਰਾ 24 ਘੰਟਿਆਂ ਦਾ ਸਮਾਂ ਜੇ ਵਿਅਰਥ ਹੀ ਲੰਘ ਰਿਹਾ ਹੈ, ਉਹਦੇ ਵਿੱਚੋਂ ਕੁਝ ਵੀ ਸਮਾਂ ਤੂੰ ਨਹੀਂ ਕੱਢ ਰਿਹਾ, ਤੇ ਆਪਣੇ ਮਨ ਨੂੰ ਮਨਾ, ਮਨ ਨੂੰ ਸਮਝਾ। ਕੋਈ ਰੱਬ ਰੱਬ, ਵਾਹਿਗੁਰੂ ਵਾਹਿਗੁਰੂ ਇੱਧਰਲੇ ਪਾਸੇ ਆਪਣੇ ਮਨ ਨੂੰ ਲਾ। ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਦੇ ਰਾਹੀਂ ਸਾਨੂੰ ਇਹ ਵਿਰਾਗਮਈ ਉਪਦੇਸ਼ ਬਖਸ਼ਿਸ਼ ਕੀਤੇ ਹਨ। ਸੋਰਠ ਰਾਗ ਦੇ ਅੰਦਰ ਸਤਿਗੁਰਾਂ ਦੇ ਇੱਥੇ 12 ਸ਼ਬਦ ਜਿਹੜੇ ਉਹ ਸੰਪੂਰਨ ਹੁੰਦੇ ਹਨ। ਇਸ ਤੋਂ ਅੱਗੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਰੰਭ ਹੋ ਜਾਂਦੀ ਹੈ। ਸੋ ਇਹ ਪ੍ਰੋਗਰਾਮ ਕੁਝ ਦਿਨਾਂ ਦੇ ਇਸ ਨਗਰ ਦੇ ਵਿੱਚ ਬਣੇ ਸਨ। ਸੋ ਆਪ ਸੰਗਤਾਂ ਨੇ ਵੱਧ ਚੜ੍ਹ ਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਇਹ ਪੜ੍ਹੀਆਂ ਸੁਣੀਆਂ ਵਿਚਾਰਾਂ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਵਸਣ, ਅਤੇ ਆਪਾਂ ਗੁਰੂ ਵਾਲੇ ਬਣ ਕੇ ਗੁਰੂ ਕੀ ਸਿੱਖੀ ਨੂੰ ਧਾਰਨ ਕਰਕੇ ਨਾਮ ਅਤੇ ਬਾਣੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਬਣਾਈਏ। ਸੋ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ। ਜੋ ਪ੍ਰਧਾਨ ਜੀ ਹਨ ਉਹ ਵੀ ਹਰ ਰੋਜ਼ ਆਪ ਜੀ ਨੂੰ ਗੁਰੂ ਕੇ ਸ਼ਬਦ ਦੀ ਵਿਚਾਰ ਸਰਵਣ ਕਰਵਾਉਂਦੇ ਹੈ, ਅਤੇ ਉਹ ਵਿਚਾਰਾਂ ਵੀ ਸਰਵਣ ਕਰੋ, ਕਿਉਂਕਿ ਇਹ ਗੁਰੂ ਕੀ ਪਾਵਨ ਬਾਣੀ ਦੀਆਂ ਵਿਚਾਰਾਂ ਜਿਹੜੀਆਂ ਹਨ, ਸ਼ਬਦਾਂ ਦੇ ਵਿਚਾਰ ਕਰਨੀ, ਇਹੀ ਸਾਨੂੰ ਸਤਿਗੁਰਾਂ ਨੇ ਸਮਝਾਇਆ ਅਤੇ ਸਿਖਾਇਆ। ਸਭ ਸੈ ਉੱਪਰ ਗੁਰ ਸ਼ਬਦ ਵਿਚਾਰ, ਸਭ ਤੋਂ ਉੱਤਮ ਜੇ ਹੈ ਉਹ ਗੁਰੂ ਕੀ ਸ਼ਬਦ ਦੀ ਵਿਚਾਰ ਹੈ। ਇਹਦੇ ਨਾਲ ਜਦੋਂ ਵਿਚਾਰ ਆਪਾਂ ਕਰਦੇ ਹਾਂ, ਕਰਨ ਵਾਲੇ ਦੇ ਮਨ 'ਤੇ ਵੀ ਪ੍ਰਭਾਵ ਪੈਂਦਾ, ਸੁਣਨ ਵਾਲੇ ਦੇ ਮਨ 'ਤੇ ਵੀ ਪ੍ਰਭਾਵ ਪੈਂਦਾ। ਮਨ ਦੇ ਜਦੋਂ ਕਰਦੇ ਆ ਉਦੋਂ ਕਰਨ ਵਾਲੇ ਦਾ ਮਨ ਵੀ ਕਹਿੰਦਾ ਵੀ ਇਹ ਕਰਮ ਆਪਾਂ ਕਰੀਏ, ਅਤੇ ਸੁਣਨ ਵਾਲਾ ਵੀ ਸੁਣ ਕੇ ਕੰਨਾਂ ਰਾਹੀਂ ਉਹਦਾ ਮਨ ਕਹਿੰਦਾ ਵੀ ਹਾਂ ਇਹ ਕੰਮ ਆਪਾਂ ਕਰੀਏ। ਇਸ ਕਰਕੇ ਇਹ ਲਾਹੇ ਪ੍ਰਾਪਤ ਹੁੰਦੇ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ। ਹੋਰ ਜਿੰਨੇ ਪ੍ਰਬੰਧਕ ਸੱਜਣ ਹਨ ਸਭ ਦਾ ਧੰਨਵਾਦ, ਜਿਨ੍ਹਾਂ ਨੇ ਇਹ ਪ੍ਰੋਗਰਾਮ ਬਣਾਏ। ਰਲ ਮਿਲ ਕੇ ਆਪਾਂ ਗੁਰੂ ਕੀ ਪਾਵਨ ਬਾਣੀ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਹਨ। ਹੋਈਆਂ ਬੇਅੰਤ ਭੁੱਲਾਂ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ। ਉਸ ਤੋਂ ਉਪਰੰਤ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਜੀ। ਇਹ ਵਿਦ ਕੋ ਵਿਵਹਾਰ ਬਣਿਓ ਹੈ, ਜਾਸਿਓ ਨੇਹੋ ਲਗਾਇਓ। ਅੰਤ ਬਾਰ ਨਾਨਕ ਬਿਨ ਹਰਿ ਜੀ, ਕੋ ਕਾਮ ਨ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ। ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰਨਹਾਰ।